ਸਾਹਿਬ ਜੀ। ਕਨਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਭਲ ਹੁਨਹਿ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਣੇ ਆਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸੋ ਕਉ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸਚੇ ਪਾਤਸ਼ਾਹ, ਭਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸਚੇ ਪਾਤਸ਼ਾਹ, ਭਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਤੀਜਾ, ਘਰ ਪੰਜਵਾਂ, ਅਸ਼ਟਪਦੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਿਸਨੂੰ ਪ੍ਰੇਮ ਮਨ ਵਸਾਏ। ਸਾਚੇ ਸ਼ਬਦ ਸਹਿਜ ਸੁਭਾਏ, ਇਹਾ ਵੇਦਨ ਸੋਈ ਜਾਣੈ। ਅਵਰ ਕੈ ਜਾਣੇ ਕਾਰੀ ਜੀਓ, ਜਿਸਨੂੰ ਪ੍ਰੇਮ ਮਨ ਵਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਪਤਿਤ ਪਾਵਨ ਗਰੀਬ ਨਵਾਜ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਸਤਿਗੁਰੂ ਜੀ ਇਸ ਵੇਲੇ ਸਾਨੂੰ ਲੜੀਵਾਰ ਕਥਾ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ ਗੁਰੂ ਚਰਨਾਂ ਦੇ ਅੰਦਰ। ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਤੀਜਾ, ਘਰ ਪੰਜਵਾਂ, ਅਸ਼ਟਪਦੀ। ਮਾਰੂ ਰਾਗ ਦਾ ਇਹ ਸ਼ਬਦ ਹੈ। ਇਹ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਿਆ ਹੈ। ਇਸ ਤੋਂ ਪਹਿਲਾਂ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਸ਼ਬਦ, ਜੋ ਕਿ ਮਹਾਰਾਜ ਸਾਹਿਬ ਜੀਆਂ ਨੇ ਸਿੱਧ ਪੀਰ ਨਾਮ ਦੇ ਸਥਾਨ 'ਤੇ ਦੱਖਣ ਵਿਖੇ ਉਚਾਰੇ ਸਨ, ਅਤੇ ਉਸ ਤੋਂ ਬਾਅਦ ਵਿੱਚ 3 ਸ਼ਬਦ ਮਹਾਰਾਜ ਜੀਆਂ ਦੇ ਜੋ ਕਰਤਾਰਪੁਰ ਸਾਹਿਬ ਦੇ ਵਿੱਚ ਬਖਸ਼ੇ, ਉਹਨਾਂ ਸ਼ਬਦਾਂ ਦੀ ਵਿਚਾਰ ਆਪਾਂ ਪਿੱਛੇ ਸਰਵਣ ਕਰ ਆਏ ਹਾਂ। ਇੱਥੇ ਹੁਣ ਇੱਕ ਸ਼ਬਦ ਆ ਰਿਹਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਗੋਇੰਦਵਾਲ ਦੀ ਧਰਤੀ ਨੂੰ ਭਾਗ ਲਾ ਰਹੇ ਨੇ। ਸੰਗਤਾਂ ਨੂੰ ਉਪਦੇਸ਼ ਮਹਾਰਾਜ ਬਖਸ਼ਿਸ਼ ਕਰਦੇ ਪਏ। 5ਵੇਂ ਘਰ ਦਾ ਇਹ ਸ਼ਬਦ ਹੈ। 8 ਪੌੜੀਆਂ ਦਾ ਇਹ ਸ਼ਬਦ ਹੈ। ਇਸ ਕਰਕੇ ਅਸ਼ਟਪਦੀ
ਇੱਥੋਂ ਜਿਹੜੀਆਂ ਪ੍ਰਾਰੰਭ ਹੋਈਆਂ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਨਿਰੰਕਾਰ ਵਾਹਿਗੁਰੂ ਇੱਕ ਹੈ। ਉਹਦੇ ਨਾਮ ਜ਼ਰੂਰ ਵੱਖਰੇ ਵੱਖਰੇ ਲੋਕਾਂ ਨੇ ਰੱਖ ਲੈ, ਪਰ ਹੈ ਇੱਕੋ ਹੀ। ਸੂਰਜ ਇੱਕੋ, ਰੁੱਤ ਅਨੇਕ, ਨਾਨਕ ਕਰਤੇ ਕੇ। ਸੂਰਜ ਇੱਕ ਹੈ, ਉਸ ਨੂੰ ਕੋਈ ਕਿਸੇ ਨਾਮ ਨਾਲ ਬੁਲਾਉਂਦਾ ਹੈ, ਕੋਈ ਕਿਸੇ ਨਾਮ ਦੇ ਨਾਲ ਬੁਲਾਉਂਦਾ ਹੈ। ਰੁੱਤਾਂ ਕਈ ਆਉਂਦੀਆਂ ਨੇ, ਕਈ ਜਾਂਦੀਆਂ ਨੇ, ਪਰ ਸੂਰਜ ਇੱਕੋ ਹੀ ਹੈ। ਪਰਮੇਸ਼ਰ ਇੱਕ ਹੀ ਹੈ। ਉਹਨੂੰ ਕਿਸੇ ਨਾਮ ਨਾਲ ਕੋਈ ਚੇਤੇ ਕਰਦਾ ਹੈ, ਕੋਈ ਕਿਸੇ ਨਾਮ ਦੇ ਨਾਲ ਚੇਤੇ ਕਰਦਾ ਹੈ, ਪਰ ਸਰੂਪ ਉਸ ਦਾ ਇੱਕੋ ਹੀ ਹੈ। ਮਹਾਰਾਜ ਫਰਮਾਉਂਦੇ ਹਨ, ਸਤਿਗੁਰ ਪ੍ਰਸਾਦ। ਐਸੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਗੁਰੂ ਕਿਆ ਸਿੱਖਾ, ਤੇ ਫਿਰ ਗੁਰੂ ਦੇ ਕੋਲ ਜਾਣਾ ਪਵੇਗਾ, ਗੁਰੂ ਦੀ ਪ੍ਰਸੰਨਤਾ ਲੈਣੀ ਪਵੇਗੀ, ਗੁਰੂ ਦਾ ਖੁਸ਼ਾ ਲੈਣਾ ਪਵੇਗਾ, ਕਮਾਈ ਕਰਨੀ ਪਵੇਗੀ। ਗੁਰੂ ਦੇ ਬਚਨ ਦੀ ਪ੍ਰਾਪਤੀ ਤਾਂ ਹੈ। ਸੋ ਮਹਾਰਾਜ ਫਰਮਾਉਂਦੇ ਹਨ, ਜਿਸਨੂੰ ਪ੍ਰੇਮ ਮਨ ਵਸਾਏ। ਗੁਰਮੁਖੋ, ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਵਸ ਜਾਵੇ। ਪ੍ਰੇਮ ਵਸਾਉਣਾ ਹੀ ਸਾਰਿਆਂ ਤੋਂ ਵੱਡੀ ਗੱਲ ਹੈ। ਪ੍ਰੇਮ ਐਵੇਂ ਗੱਲਾਂ ਨਾਲ ਨਹੀਂ ਵਸਦਾ ਹੈ। ਸਾਡਾ ਸੁਭਾਅ ਕੁੱਕੜ ਦੀ ਉਡਾਰੀ ਵਰਗਾ। ਕੁੱਕੜ ਹੰਸ ਨੂੰ ਵੇਖ ਕੇ ਉਡਾਰੀ 'ਤੇ ਭਰਦਾ ਹੈ, ਪਰ ਕੁੱਕੜ ਦੀ ਉਡਾਰੀ ਜਿਹੜੀ ਹੈ ਉਹ ਕੁਝ ਕਦਮਾਂ ਦੀ ਹੈ, ਫਿਰ ਥੱਲੇ ਆ ਜਾਂਦਾ ਹੈ। ਪ੍ਰੇਮੀ ਜਿਹੜੇ ਗੁਰਮੁਖ ਨੇ, ਨਾਮ ਜਪਣ ਵਾਲੇ, ਉਹਨਾਂ ਵੱਲ ਵੇਖ ਕੇ ਸਾਡੇ ਮਨ ਵਿੱਚ ਵੀ ਪ੍ਰੇਮ ਪੈਦਾ ਹੁੰਦਾ, ਪਰ ਸਾਡਾ ਪ੍ਰੇਮ ਕੁੱਕੜ ਦੀ ਉਡਾਰੀ ਵਰਗਾ ਕੁਝ ਮਿੰਟ ਦਾ ਹੀ ਹੈ। ਫਿਰ ਸਾਡੇ ਮਨ ਵਿੱਚ ਉਹੀ ਈਰਖਾ, ਉਹੀ ਵਿਕਾਰ, ਉਹੀ ਦਵੈਸ਼, ਉਹੀ ਮੋਹ। ਮਹਾਰਾਜ ਕਹਿਣ ਲੱਗੇ, ਭਾਈ ਜਿਨ੍ਹਾਂ ਉੱਪਰ ਉਹਦੀ ਕਿਰਪਾ ਹੋਵੇ ਨਾ ਪਰਮੇਸ਼ਰ ਦੀ, ਉਹਨਾਂ ਦੇ ਹਿਰਦੇ ਵਿੱਚ ਹੀ ਪ੍ਰੇਮ ਵਸਦਾ ਹੈ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਵਸ ਜਾਂਦਾ, ਜਿਨ ਪ੍ਰੇਮ ਕੀਓ ਤਿਨ ਹੀ ਪਰਮੇਸ਼ਰ ਨੂੰ ਪਾਇਆ, ਫਿਰ ਉਹਨਾਂ ਨੇ, ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਵਸਦਾ ਹੈ। ਸਾਚੇ ਸ਼ਬਦ ਸਹਿਜ ਸੁਭਾਏ। ਕਹਿਣ ਲੱਗੇ, ਉਹ ਜੋ ਸੱਚਾ ਅਕਾਲ ਪੁਰਖ ਹੈ, ਉਸਨੇ ਮਨ ਦੇ ਪ੍ਰੇਮ ਨੂੰ ਵੇਖ ਕੇ ਫਿਰ ਸੱਚੇ ਗੁਰੂ ਦੇ ਨਾਲ ਮਿਲਾਇਆ। ਜਿਸ ਵੇਲੇ ਸੱਚੇ ਗੁਰੂ ਦੇ ਨਾਲ ਮਿਲੇ, ਫਿਰ ਗੁਰੂ ਨੇ ਸਾਨੂੰ ਸ਼ਬਦ ਕਹੀਏ ਉਪਦੇਸ਼ ਬਖਸ਼ਿਆ, ਤੇ ਗੁਰਸਿੱਖਾਂ ਨੇ ਉਸ ਉਪਦੇਸ਼ ਦੀ ਕਮਾਈ ਕੀਤੀ ਹੈ। ਸਹਿਜ ਸੁਭਾਏ, ਸਹਿਜੇ ਹੀ ਫਿਰ ਉਹ ਗੁਰਮੁਖ ਸੁਭਾਏਮਾਨ ਹੋ ਗਿਆ, ਸਤਿਕਾਰਯੋਗ ਹੋ ਗਿਆ। ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਫਿਰ ਜਿੱਥੇ ਵੀ ਉਹ ਸੁਭਾਏਮਾਨ ਹੁੰਦੇ, ਉਹ ਧਰਤੀ ਸ਼ੋਭਨੀਕ ਹੋ ਜਾਂਦੀ ਹੈ। ਐਸੀ ਸ਼ਬਦ ਦੀ ਕਮਾਈ ਜਿਨ੍ਹਾਂ ਗੁਰਮੁਖਾਂ ਨੇ ਕੀਤੀ ਹੈ। ਇਹ ਵੇਦਨ ਸੋਈ ਜਾਣੈ। ਵੇਦਨ ਨਾਮ ਗੁਰਮੁਖੋ ਪੀੜਾ ਦਾ ਹੈ। ਮਹਾਰਾਜ ਕਹਿੰਦੇ ਵੀ ਇਹ ਪੀੜਾ ਉਹੀ ਜਾਣ ਸਕਦਾ ਹੈ। ਮਹਾਰਾਜ ਕੌਣ ਜਾਣਦਾ ਹੈ? ਅਵਰ ਕੇ ਜਾਣੈ ਕਾਰੀ ਜੀਓ। ਜਿਹਨੂੰ ਇਹ ਪੀੜ ਲੱਗੀ ਹੈ ਨਾ, ਪ੍ਰੇਮ ਦੀ ਪੀੜ, ਵਿਛੋੜੇ ਦੀ ਪੀੜ, ਉਹੀ ਜਾਣਦਾ ਵੀ ਇਹਦਾ ਦੁੱਖ ਕੀ ਹੈ। ਦੁਨੀਆ ਦੇ ਲੋਕ, ਆਪਾਂ ਸਰੀਰ ਦੀ ਗੱਲ ਕਰੀਏ, ਮੰਨ ਲਓ ਸਰੀਰ ਵਿੱਚ ਕੋਈ ਦਰਦ ਹੁੰਦਾ, ਕੋਈ ਪੀੜ ਹੁੰਦੀ ਪਈ, ਜਿਹੜਾ ਉੱਪਰਲਾ ਵਿਅਕਤੀ ਨੂੰ ਦਿਲਾਸਾ ਦੇਵੇਗਾ, ਕੋਈ ਨਹੀਂ ਤਗੜਾ ਹੋ, ਹੌਸਲਾ ਰੱਖ, ਦਵਾਈ ਖਾ, ਹੌਸਲਾ ਹੀ ਦੇ ਸਕਦਾ ਹੈ, ਪਰ ਉਹਨੂੰ ਇਹ ਨਹੀਂ ਪਤਾ ਵੀ ਇਹਨੂੰ ਪੀੜ ਦਾ ਦੁੱਖ ਕਿੰਨਾ ਹੁੰਦਾ ਪਿਆ। ਐਸੇ ਤਰ੍ਹਾਂ ਗੁਰਮੁਖੋ ਜਿਹੜੀ ਪ੍ਰੇਮ ਦੀ ਪੀੜਾ ਹੈ ਨਾ, ਇਹ ਵੀ ਉਹੀ ਦੱਸ ਸਕਦਾ ਹੈ ਜਿਹਨੂੰ ਇਹ ਪ੍ਰੇਮ ਲੱਗਾ ਹੈ। ਉਹੀ ਜਾਣਦਾ ਵੀ ਇਹ ਵਿਛੋੜੇ ਦੀ ਤੜਫ ਕੀ ਹੈ। ਬਾਕੀ ਤੇ ਕੇਵਲ ਗੱਲਾਂ ਹੀ ਕਰ ਸਕਦਾ। ਇਹਾ ਵੇਦਨ ਸੋਈ ਜਾਣੈ। ਇਹ ਪੀੜ ਨੂੰ ਉਹ ਜਾਣਦਾ ਹੈ ਜਿਹਨੂੰ ਇਹ ਪੀੜ ਲੱਗੀ ਹੋਈ ਹੈ ਵਿਛੋੜੇ ਦੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕੋਲ ਸਤਿਗੁਰਾਂ ਦੀ ਨਾਨੀ ਮਾਂ ਆਈ ਨਾ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ। ਮਹਾਰਾਜ, ਬੱਚਾ ਕਿੰਨੇ ਸਮੇਂ ਤੋਂ ਘਰ ਨਹੀਂ ਗਿਆ ਹੈ, ਆਪ ਆਗਿਆ ਦੇਵੋ। ਕੋਈ ਸਮਾਂ ਘਰ ਬਾਸਰ ਕੇ ਨਗਰ ਹੀ ਜਾਵੇ, ਨਾਨਕਿਆਂ ਦੇ ਘਰ ਥੋੜ੍ਹਾ ਰਹਿ ਕੇ ਆ ਜਾਵੇ। ਤੇ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਖਿਆ, ਕਹਿਣ ਲੱਗੇ, ਭਾਈ ਪੁਰਖਾ ਤੇਰਾ ਪਰਿਵਾਰ ਆਇਆ, ਜਾਓ ਇਹਨਾਂ ਦੇ ਨਾਲ ਕੋਈ ਦਿਨ ਨਗਰ ਵਿੱਚ ਲਾ ਕੇ ਆਓ। ਚੱਲ ਤੇ ਪੈ, ਬਚਨ ਤੇ ਨਹੀਂ ਮੋੜਿਆ, ਪਰ ਘਰੇ ਜਾ ਕੇ ਪ੍ਰਸ਼ਾਦਾ ਪਾਣੀ ਬਿਲਕੁਲ ਥੋੜ੍ਹਾ ਹੀ ਕਰ ਦਿੱਤਾ, ਨਾ ਮਾਤਰ ਹੀ ਕਰ ਦਿੱਤਾ। ਕਿਸੇ ਨਾਲ ਬੋਲਣਾ ਨਹੀਂ, ਚੱਲਣਾ ਨਹੀਂ, ਇਕੱਲਿਆਂ ਨੇ ਬੈਠੇ ਰਹਿਣਾ। ਉਹਨਾਂ ਨੂੰ ਵਿਛੋੜੇ ਦੀ ਪੀੜ ਹੈ ਵੀ ਮੈਂ ਆਪਣੇ ਸੱਚੇ ਸਤਿਗੁਰੂ ਤੋਂ ਦੂਰ ਹੋ ਗਿਆ। ਨਾਨੀ ਮਾਂ ਨੇ ਵੇਖਿਆ ਵੀ ਹੋ ਸਕਦਾ ਵੀ ਇਹਨਾਂ ਨੂੰ ਕੋਈ ਢਿੱਲ ਮੱਠ ਹੋ ਗਈ ਹੋਵੇ, ਕੋਈ ਸਰੀਰ ਵਿੱਚ ਰੋਗ ਦੁੱਖ ਪੈਦਾ ਹੋ ਗਿਆ ਹੋਵੇ। ਵੈਦ ਬਣਾ ਲਿਆਂਦਾ, ਇੱਕ ਜੋਗੀ ਬੁਲਾ ਲਿਆਂਦਾ।
ਵੇਖੋ ਨਬਜੇ ਸਦੀਪ ਕੀ ਦਰਦ ਹੈ, ਕੀ ਪੀੜਾ ਹੈ। ਵੈਦ ਵੀ ਬੈਠ ਗਿਆ, ਜੋਗੀ ਬੈਠ ਗਿਆ, ਉਹਨਾਂ ਨੇ ਨਬਜ ਵਗੈਰਾ ਵੇਖੀ ਹੈ। ਨਬਜ ਵੀ ਠੀਕ ਹੈ, ਰੋਗ ਵੀ ਕੋਈ ਨਹੀਂ ਹੈ। ਪੁੱਛਿਆ ਮਹਾਰਾਜ ਕਾਰਨ ਕੀ ਹੈ, ਆਪ ਦੱਸੋ। ਤੇ ਸਤਿਗੁਰੂ ਕਹਿਣ ਲੱਗੇ ਭਾਈ ਇਹ ਵਿਛੋੜੇ ਦੀ ਪੀੜ ਹੈ, ਸਾਨੂੰ ਵਿਛੋੜਾ ਸਾਡੇ ਗੁਰੂ ਨਾਲੋਂ। ਇਹ ਸਾਨੂੰ ਭੁੱਖ ਪਿਆਸ ਤਾਂ ਨਹੀਂ ਲੱਗਦੀ ਪਈ ਹੈ, ਤਾਂ ਹੀ ਅਸੀਂ ਜਿਹੜਾ ਹੈ ਇੱਕ ਜਗ੍ਹਾ 'ਤੇ ਟਿਕੇ ਨਹੀਂ, ਕਿਸੇ ਦੇ ਵਿੱਚ ਬੈਠੇ ਨਹੀਂ ਜਾ ਕੇ, ਅਸੀਂ ਉਦਾਸ ਉਪਰਾਮ ਹਾਂ। ਜਦੋਂ ਐਸਾ ਬਚਨ ਸੁਣਿਆ ਨਾ ਵੈਦ ਨੇ ਤੇ ਜੋਗੀ ਨੇ, ਫਿਰ ਉਹਨਾਂ ਨੇ ਹੱਥ ਜੋੜੇ, ਕਹਿਣ ਲੱਗੇ ਮਹਾਰਾਜ ਆਪ ਜੀਆਂ ਨੂੰ ਇੰਨੀ ਲਗਨ ਲੱਗੀ ਹੈ, ਸਾਡੇ 'ਤੇ ਵੀ ਕਿਰਪਾ ਕਰੋ, ਫਿਰ ਸਾਨੂੰ ਵੀ ਉਪਦੇਸ਼ ਦਿਓ। ਉੱਥੇ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ 24 ਸ਼ਬਦ ਜਿਹੜੇ ਸਨ ਉਹ ਬਖਸ਼ਿਸ਼ ਕੀਤੇ, ਜਿਸ ਨੂੰ ਆਪਾਂ ਸੁਖਮਨਾ ਸਾਹਿਬ ਦੀ ਬਾਣੀ ਕਹਿੰਦੇ ਹਾਂ। ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ, ਸੁਖਮਨਾ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਹਨ। ਅਤੇ ਮਹਾਰਾਜ ਸਾਹਿਬ ਜੀਆਂ ਨੇ 6 ਸ਼ਬਦ ਜਿਹੜੇ 4 ਕਾਨੜਾ ਵਿੱਚ, ਕਲਿਆਣ ਵਿੱਚ, ਬਿਲਾਵਲ ਵਿੱਚ, ਇਸ ਤਰ੍ਹਾਂ ਸਾਰਿਆਂ ਰਾਗਾਂ ਵਿੱਚ 6 ਸ਼ਬਦ ਬਖਸ਼ੇ ਅਤੇ 24 ਸ਼ਬਦ ਮਹਾਰਾਜ ਜੀਆਂ ਨੇ ਉਸ ਵੇਲੇ ਇਸ ਪ੍ਰੇਮ ਦੇ ਵਿਛੋੜੇ ਦੇ ਮਹਾਰਾਜ ਨੇ ਬਖਸ਼ਿਸ਼ ਕੀਤੇ। ਮਹਾਰਾਜ ਕਹਿੰਦੇ ਇਹਾ ਵੇਦਨ ਸੋਈ ਜਾਣਾ, ਇਹ ਪੀੜਾ ਨੂੰ ਉਹ ਜਾਣਦਾ ਜਿਹਨੂੰ ਇਹ ਪੀੜ ਲੱਗੀ ਹੋਈ ਹੈ। ਭੋਲਾ ਵੈਦ ਨਾ ਜਾਣੀ ਕਰਕ ਕਰੇ ਜੇ ਮਾਹੇ। ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਵੀ ਲੈ ਆਂਦਾ ਨਾ ਵੈਦ। ਵੇਖੋ ਜੀ ਇਹਨਾਂ ਨੂੰ ਕੀ ਗੱਲ ਹੋਈ ਹੈ, ਵੈਦ ਵਿਚਾਰਾ ਨਬਜਾਂ ਵੇਖਦਾ ਪਿਆ। ਮਹਾਰਾਜ ਕਹਿੰਦੇ ਵੈਦ ਤੇ ਭੋਲਾ ਹੈ ਤੇ ਸਰੀਰ ਦੀ ਬਿਮਾਰੀ ਲੱਭਦਾ ਪਿਆ, ਪਰ ਇਹਨੂੰ ਇਹ ਨਹੀਂ ਪਤਾ ਵੀ ਦੁੱਖ ਤੇ ਮਨ ਦੇ ਵਿੱਚ ਲੱਗਾ ਹੈ। ਭੋਲਾ ਵੈਦ ਨਾ ਜਾਣੀ, ਵਿਚਾਰਾ ਵੈਦ ਭੋਲਾ ਕਰਕ ਕਰਕ ਨਾਮ ਪੀੜਾ ਦਾ, ਦਰਦ ਦਾ, ਕਰੇਜੇ ਮਾਹੇ, ਉਹਦੇ ਕਲੇਜੇ ਦੀ ਦਰਦ ਹੈ। ਨਬਜ ਫੜਿਆ ਕੀ ਹੋਵੇਗਾ। ਇਹ ਜਿਨ੍ਹਾਂ ਨੂੰ ਪ੍ਰੇਮ ਦਾ ਦਰਦ ਪੈਦਾ ਹੋਇਆ। ਮਹਾਰਾਜ ਕਹਿਣ ਲੱਗੇ ਭਾਈ ਇਸ ਪੀੜਾ ਨੂੰ ਉਹੀ ਜਾਣਦਾ ਜਿਹਨੂੰ ਇਹ ਪੀੜ ਲੱਗੀ ਹੈ। ਭਾਈ ਨੰਦ ਲਾਲ ਨੇ ਆਖਿਆ ਨਾ ਆ ਸਰਦੋ ਰੰਗ ਜਰਦੋ ਖੁਆਬਸ ਹਰਾਮ ਕੰਮ ਗੁਪਤਨੋ। ਉਹਨਾਂ ਨੇ ਬਚਨ ਲਿਖਿਆ ਵੀ ਜਿਨ੍ਹਾਂ ਨੂੰ ਪ੍ਰੇਮ ਦੀ ਇਹ ਲੱਗ ਜਾਂਦੀ ਹੈ ਖਿੱਚ, ਉਹਨਾਂ ਦਾ ਆ ਸਰਦੋ ਠੰਡੇ ਠੰਡੇ ਹੌਕੇ ਲੈਣ ਲੱਗ ਪੈਂਦੇ ਵਿਛੋੜੇ ਦੇ। ਰੰਗ ਜਰਦੋ ਰੰਗ ਪੀਲਾ ਪੈ ਜਾ, ਖੁਆਬਸ ਹਰਾਮ ਨੀਂਦ ਹਰਾਮ ਹੋ ਜਾਂਦੀ, ਆਉਂਦੀ ਨਹੀਂ ਹੈ। ਪ੍ਰਸ਼ਾਦਾ ਪਾਣੀ ਥੋੜ੍ਹਾ ਹੋ ਜਾਂਦਾ, ਬਚਨ ਬਲਾਸ ਥੋੜ੍ਹੇ ਹੋ ਜਾਂਦੇ। ਇਹ ਨਿਸ਼ਾਨੀਆਂ ਨੇ ਰੱਬ ਦੇ ਪਿਆਰਿਆਂ ਦੀਆਂ, 9 ਨਿਸ਼ਾਨੀਆਂ ਲਿਖੀਆਂ ਵਿਦਵਾਨਾਂ ਵੀ ਆਹ ਲੱਛਣ ਹੁੰਦੇ ਉਹਨਾਂ ਦੇ ਜਿਹੜੇ ਰੱਬ ਨੂੰ ਮਿਲਣ ਦੀ ਇੱਛਾ ਰੱਖਦੇ। ਸਤਿਗੁਰੂ ਕਹਿਣ ਲੱਗੇ ਭਾਈ ਇਸ ਪੀੜਾ ਨੂੰ ਹੋਰ ਕੋਈ ਦੂਜਾ ਸੰਸਾਰੀ ਵਿਅਕਤੀ ਨਹੀਂ ਜਾਣਦਾ ਹੈ। ਆਪੇ ਮਿਲੇ ਆਪ ਮਿਲਾਏ। ਜਿਨ੍ਹਾਂ ਨੂੰ ਗੁਰੂ ਕਿਰਪਾ ਕਰਦਾ ਹੈ, ਪਰਮੇਸ਼ਰ ਕਿਰਪਾ ਕਰਦਾ ਹੈ, ਪਰਮੇਸ਼ਰ ਕਿਰਪਾ ਕਰਕੇ ਫਿਰ ਜੀਵ ਨੂੰ ਸੰਗਤ ਵਿੱਚ ਮਿਲਾਉਂਦਾ ਹੈ। ਜਿਵੇਂ ਆਪਾਂ ਸੰਗਤ ਵਿੱਚ ਬੈਠੇ ਹਾਂ, ਇਹ ਸਾਡੇ 'ਤੇ ਪਰਮੇਸ਼ਰ ਦੀ ਕਿਰਪਾ ਹੈ। ਸੰਗਤ ਦੇ ਮਿਲਾਪ ਦੇ ਵਿੱਚੋਂ ਫਿਰ ਸਾਨੂੰ ਗੁਰੂ ਦੇ ਨਾਲ ਮਿਲਾਇਆ ਜਾਵੇਗਾ। ਇਹ ਸੰਗਤ ਮਿਲਾਉਣ ਵਾਲੀ ਹੈ ਗੁਰੂ ਦੇ ਨਾਲ, ਇਹ ਸੰਗਤ ਵਿਚੋਲੀ ਬਣ ਜਾਂਦੀ ਹੈ। ਜਦੋਂ ਗੁਰੂ ਦੇ ਨਾਲ ਮਿਲਾਂਗੇ ਫਿਰ ਗੁਰੂ ਸਾਨੂੰ ਉਪਦੇਸ਼ ਦੀ ਕਮਾਈ ਕਰਵਾ ਕੇ ਪਰਮੇਸ਼ਰ ਨਾਲ ਮੇਲ ਦਿੰਦਾ ਹੈ। ਆਪੇ ਮੇਲੇ ਮੇਲ ਮਿਲਾਏ, ਪਰਮੇਸ਼ਰ ਆਪ ਸੰਗਤ ਵਿੱਚ ਮੇਲਦਾ, ਫਿਰ ਗੁਰੂ ਨਾਲ ਮੇਲਦਾ, ਫਿਰ ਗੁਰੂ ਦੇ ਦੁਆਰਾ ਆਪਣੇ ਨਾਲ ਮੇਲਦਾ ਹੈ। ਐਸੀ ਬਖਸ਼ਿਸ਼ ਕਰਦੇ ਹਨ। ਆਪਣਾ ਪਿਆਰ ਆਪੇ ਲਾਏ। ਆਪਣਾ ਪਿਆਰ ਵੀ ਉਹ ਆਪ ਹੀ ਲਾਉਂਦਾ ਹੈ। ਪਿਆਰ ਐਵੇਂ ਨਹੀਂ, ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਗੁਰਬਾਣੀ ਦਾ ਬਚਨ ਹੈ, ਪਿਆਰ ਰੂਪੀ ਜਿਹੜਾ ਪਿਆਲਾ ਹੈ ਨਾ, ਜੇ ਕੋਈ ਬੰਦਾ ਚਾਹਵੇ ਨਾ ਮੇਰਾ ਆਪਣੇ ਆਪ ਹੀ ਪਿਆਰ ਲੱਗ ਜਾਵੇ, ਆਪਣੇ ਆਪ ਨਹੀਂ ਲੱਗਦਾ ਹੈ। ਇਹ ਤੇ ਗੁਰੂ ਕਿਰਪਾ ਕਰੇ ਤਾਂ ਇਹ ਪ੍ਰੇਮ ਰੂਪੀ ਪਿਆਰ ਜਿਹੜਾ ਹੈ, ਪਿਆਲਾ ਜਿਹੜਾ ਹੈ, ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋਇਆ ਹੈ। ਪ੍ਰੇਮ ਕੀ ਸਾਰ ਸੋਈ ਜਾਣਾ, ਜਿਸਨੋ ਨਜ਼ਰ ਤੁਮਾਰੀ ਜੀਓ। ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਉੱਪਰ ਤੇਰੀ ਨਜ਼ਰ ਹੋ ਜਾਂਦੀ ਹੈ, ਨਜ਼ਰ ਕਹੀਏ ਕਿਰਪਾ ਬਖਸ਼ਿਸ਼, ਪਰਮੇਸ਼ਰ ਜਿਨ੍ਹਾਂ ਉੱਪਰ ਤੇਰੀ ਕਿਰਪਾ ਹੁੰਦੀ ਹੈ, ਪ੍ਰੇਮ ਦੀ ਸਾਰ ਉਹੀ ਜਾਣਦਾ ਹੈ। ਪ੍ਰੇਮ ਦੀ ਕੀਮਤ ਕੀ ਹੈ, ਜਿਨ੍ਹਾਂ ਨੂੰ ਪ੍ਰੇਮ ਦੀ ਕੀਮਤ ਦਾ ਪਤਾ ਹੈ ਨਾ, ਉਹ ਕਹਿਣ ਲੱਗੇ ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਦੁਨੀਆ ਦੇ ਲੋਕ ਤੇ ਭੇਟਾ ਰੱਖਦੇ ਪੈਸੇ ਦੀ, ਕੋ ਕੱਪੜੇ ਦੇ, ਮੈਂ ਤੇ ਆਪਣੀ ਜਿੰਦ ਕੱਢ ਕੇ ਰੱਖ ਦੇਵਾਂ ਉਹਦੇ ਵਾਸਤੇ। ਇਹ ਜਿੰਦ ਹੀ ਆਪਣੀ ਉਹਨੂੰ ਦੇ ਦਿਆਂ ਭੇਟਾ ਦੇ ਰੂਪ ਦੇ ਵਿੱਚ, ਜਿਹੜਾ ਪ੍ਰਮਾਤਮਾ ਨਾਲ ਮਿਲਾਵੇ। ਜਿਨ੍ਹਾਂ ਨੂੰ ਪ੍ਰੇਮ ਦੀ ਐਸੀ ਪੀੜਾ ਹੈ। ਬਾਬਾ ਦੀਪ ਸਿੰਘ ਸਾਹਿਬ ਜੀਆਂ ਨੇ ਬਚਨ ਕੀਤੇ ਸਨ, ਗੁਰੂ ਰਾਮਦਾਸ ਪਾਤਸ਼ਾਹ ਦੁਨੀਆ ਦੇ ਲੋਕ ਤੇ ਪ੍ਰਸਾਦ ਲੈ ਕੇ ਤੇ ਵਸਤੂਆਂ ਲੋਕ ਲੈ ਕੇ ਤੇਰੇ ਦਰ 'ਤੇ ਆਉਂਦੇ,
ਮੇਰਾ ਤੇ ਤੇਰੇ ਨਾਲ ਪਿਆਰ ਹੀ ਇੰਨਾ, ਮੈਂ ਤੇਰੇ ਦਰ ਤੇ ਆਪਣਾ ਸੀਸ ਲੈ ਕੇ ਆਵਾਂਗਾ। ਬੋਲੇ ਸੋ ਨਿਹਾਲ। ਸਤਿਗੁਰੂ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਜਿਨ੍ਹਾਂ ਦੇ ਉੱਪਰ ਤੇਰੀ ਕਿਰਪਾ ਹੁੰਦੀ ਹੈ ਨਾ, ਬਖਸ਼ਿਸ਼ ਹੁੰਦੀ ਹੈ, ਉਹ ਫਿਰ ਜਿਹੜੇ ਗੁਰਮੁਖ ਨੇ ਪ੍ਰੇਮ ਦੀ ਸਾਰ ਜਾਣਦੇ। ਸਾਰ ਕਹੀਏ ਕੀਮਤ, ਉਹਨਾਂ ਨੂੰ ਪਤਾ ਵੀ ਗੁਰੂ ਨਾਲ ਪ੍ਰੇਮ ਦੀ ਕੀ ਕੀਮਤ ਹੈ। ਦੂਜੇ ਪਾਸੇ ਗੁਰਮੁਖੋ ਦੁਨੀ ਚੰਦ ਵਰਗੇ ਵੀ ਹਨ। ਦੁਨੀ ਚੰਦ ਨੂੰ ਮਹਾਰਾਜ ਆਪ ਕਹਿੰਦੇ ਪਏ। ਦੁਨੀ ਚੰਦ ਪਹਿਲਾਂ ਹੋਇਆ, ਬਾਬਾ ਦੀਪ ਸਿੰਘ ਬਾਅਦ। ਦੁਨੀ ਚੰਦ ਨੂੰ ਆਪ ਆਖਿਆ ਜਾ ਜਾ ਕੇ ਹਾਥੀ ਨਾਲ ਲੜ, ਪਰ ਪ੍ਰੇਮ ਦੀ ਸਾਰ ਨਹੀਂ ਹੈ। ਕਹਿਣ ਲੱਗਾ ਲੈ ਬੰਦਾ ਕਦੇ ਹਾਥੀ ਨਾਲ ਲੜਿਆ, ਮੈਂ ਨਹੀਂ ਲੜਦਾ, ਭੱਜ ਹੀ ਜਾਵਾਂ। ਤੇ ਦੂਜੇ ਪਾਸੇ ਜਿਨ੍ਹਾਂ ਨੂੰ ਪ੍ਰੇਮ ਦੀ ਸਾਰ ਹੈ, ਉਹਨਾਂ ਨੇ ਸੀਸ ਤਲੀ ਤੇ ਰੱਖ ਲਿਆ ਆਪਣਾ। ਕਹਿਣ ਲੱਗੇ ਵੀ ਇਹ ਗੁਰੂ ਦੀ ਸੇਵਾ ਵਿੱਚ ਸੀਸ ਵੀ ਹਾਜ਼ਰ ਹੈ। ਸੋ ਇਹ ਪ੍ਰੇਮ ਦੀ ਸਾਰ ਉਹ ਜਾਣਦਾ, ਕੀਮਤ ਉਹ ਜਾਣਦਾ ਜਿਹਦੇ ਉੱਪਰ ਤੁਹਾਡੀ ਕਿਰਪਾ ਹੋਵੇ। ਬਖਸ਼ਿਸ਼ ਤੋਂ ਬਿਨਾਂ ਇਹ ਵੀ ਦਾਤ ਪ੍ਰਾਪਤ ਨਹੀਂ ਹੁੰਦੀ ਹੈ। ਰਹਾਉ ਦਿਵ ਦ੍ਰਿਸ਼ਟ ਜਾਗੈ ਭਰਮ ਚੁਕਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੂੰ ਦਿਵ ਦ੍ਰਿਸ਼ਟੀ ਪ੍ਰਾਪਤ ਹੋਈ ਹੈ। ਦਿਵ ਦ੍ਰਿਸ਼ਟੀ ਕੀ ਹੈ? ਅੰਦਰਲੀ ਦ੍ਰਿਸ਼ਟੀ, ਅੰਦਰੋਂ ਹੀ ਸਭ ਕੁਝ ਪ੍ਰਾਪਤ ਹੋ ਜਾਣਾ। ਅਸੀਂ ਤੇ ਆਪਣੀਆਂ ਅੱਖਾਂ ਨਾਲ ਵੇਖਦੇ ਹਾਂ ਨਾ, ਉਹਨਾਂ ਕੁ ਵੇਖਦੇ ਹਾਂ ਜਿੱਥੋਂ ਤੱਕ ਸਾਡੀ ਅੱਖਾਂ ਦੀ ਪਹੁੰਚ ਹੈ। ਜੇ ਮੰਨ ਲਓ ਵੀ ਸਾਡੀ ਨਿਗਾਹ ਠੀਕ ਹੈ, ਥੋੜ੍ਹਾ ਦੂਰ ਤੱਕ ਵੇਖ ਲਾਂਗੇ, ਜੇ ਥੋੜ੍ਹੀ ਘੱਟ ਠੀਕ ਹੈ ਤੇ ਨੇੜੇ ਤੱਕ ਵੇਖ ਲਾਂਗੇ। ਅਸੀਂ ਉੱਥੋਂ ਤੱਕ ਵੇਖ ਪਾਵਾਂਗੇ ਜਿੱਥੋਂ ਤੱਕ ਨਿਗਾਹ ਸਾਡੀ ਕੰਮ ਕਰਦੀ ਹੈ। ਪਰ ਜਿਨ੍ਹਾਂ ਗੁਰਮੁਖਾਂ ਦੀਆਂ ਅੰਦਰਲੀਆਂ ਅੱਖਾਂ ਚੱਲ ਪਈਆਂ ਨਾ, ਅੰਦਰੋਂ ਦਿਸਣ ਲੱਗ ਪਿਆ ਨਾ, ਉਹ ਫਿਰ ਇੱਥੇ ਬੈਠੇ ਜਿਹੜੇ ਮਰਜ਼ੀ ਬ੍ਰਹਿਮੰਡ ਵਿੱਚ ਕੀ ਹੁੰਦਾ ਪਿਆ ਉਹ ਵੇਖ ਲੈਂਦੇ। ਕਹਿਣ ਲੱਗੇ ਭਾਈ ਇਹ ਦਿਵ ਦ੍ਰਿਸ਼ਟ ਜਾਗੈ, ਇਹ ਗੁਰਮੁਖਾਂ ਦੇ ਅੰਦਰ ਦਿਵ ਦ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਭਰਮ ਚੁਕਾਏ, ਉਹਨਾਂ ਦੇ ਸਾਰੇ ਭਰਮ ਖਤਮ ਹੋ ਜਾਂਦੇ ਹਨ। ਗੁਰ ਪ੍ਰਸਾਦ ਪਰਮ ਪਦ ਪਾਏ। ਇਹ ਗੁਰੂ ਕਿਰਪਾ ਦੇ ਨਾਲ ਇਹ ਵੱਡੀ ਪਦਵੀ ਮਿਲਦੀ ਹੈ। ਗੁਰਮੁਖੋ ਗੁਰੂ ਬਖਸ਼ਿਸ਼ ਬਿਨਾਂ ਕੁਝ ਨਹੀਂ ਹੋ ਸਕਦਾ ਹੈ। ਗੁਰੂ ਕਿਰਪਾ ਕਰੇ ਫਿਰ ਹੀ ਵੱਡੀ ਬਖਸ਼ਿਸ਼, ਵੱਡੀ ਦਾਤ ਪ੍ਰਾਪਤ ਹੁੰਦੀ ਹੈ। ਸੋ ਜੋਗੀ ਇਹ ਜੁਗਤ ਪਛਾਣਾ। ਕਹਿਣ ਲੱਗੇ ਭਾਈ ਜੋਗੀ ਉਹ ਹੈ, ਇੱਕ ਤੇ ਆ ਕੰਨ ਪਾਟੇ ਜੋਗੀ ਤੁਰੇ ਫਿਰਦੇ ਨੇ ਭਗਵੇਂ ਕੱਪੜੇ ਪਾ ਕੇ। ਜੋਗੀ ਤੋਂ ਭਾਵ ਹੈ ਗੁਰਮੁਖੋ ਜੁੜਿਆ ਹੋਇਆ, ਉਹਨੂੰ ਕਿਹਾ ਜੋਗੀ, ਜਿਹੜਾ ਜੁੜ ਗਿਆ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਆਖਿਆ ਨਾ, ਗੁਰਬਾਣੀ ਵਿੱਚ ਆਪਾਂ ਪੜ੍ਹਦੇ ਨੇ। ਮਹਾਰਾਜ ਕਹਿਣ ਲੱਗੇ ਜੋਗ ਨਾ ਭਸਮ ਚੜਾਈਐ, ਅੰਜਨ ਮਾਏ ਨਰੰਜਨ ਰਹੀਐ, ਜੋਗ ਜੁਗਤ ਏਵ ਪਾਈਐ, ਗੱਲੀ ਜੋਗ ਨਾ ਹੋਈ। ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ। ਗੁਰੂ ਨਾਨਕ ਦੇ ਘਰ ਦਾ ਜੋਗੀ ਉਹ ਹੈ ਜਿਹਦੀ ਦ੍ਰਿਸ਼ਟੀ ਵਿੱਚ ਸਾਰੇ ਬਰਾਬਰ ਨੇ। ਸਾਰੇ ਬਰਾਬਰ ਕੀ ਹੈ? ਵੀ ਸਾਰਿਆਂ ਵਿੱਚ ਪਰਮੇਸ਼ਰ ਹੈ। ਜਿਹਦੀ ਦ੍ਰਿਸ਼ਟੀ ਵਿੱਚ ਇਹ ਉਹ ਗੁਰੂ ਨਾਨਕ ਦੇ ਘਰ ਦਾ ਜੋਗੀ ਹੈ। ਮਹਾਰਾਜ ਕਹਿਣ ਲੱਗੇ ਭਾਈ ਸੋ ਜੋਗੀ, ਜੋਗੀ ਉਹ ਹੈ ਜਿਹਦੀ ਦ੍ਰਿਸ਼ਟੀ ਬਰਾਬਰ ਹੋ ਗਈ ਹੈ, ਸਾਰਿਆਂ ਵਿੱਚ ਪਰਮੇਸ਼ਰ ਵੇਖਦਾ ਹੈ। ਜੁਗਤ ਪਛਾਣੈ, ਉਹੀ ਮਿਲਣ ਦੀ ਜੁਗਤੀ ਵੀ ਜਾਣਦਾ ਵੀ ਪਰਮੇਸ਼ਰ ਨੂੰ ਮਿਲਿਆ ਕਿਵੇਂ ਜਾਂਦਾ ਹੈ। ਪਰ ਇਹ ਦਾਤਾਂ ਕਿਵੇਂ ਮਿਲਦੀਆਂ? ਮਹਾਰਾਜ ਫਰਮਾਉਂਦੇ ਹਨ ਗੁਰ ਕੇ ਸ਼ਬਦ ਵਿਚਾਰੀ ਜੀਓ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਹੈ, ਵਿਚਾਰਵਾਨ ਹੋ ਕੇ ਗੁਰੂ ਸ਼ਬਦ ਨੂੰ ਵਿਚਾਰ ਕੇ ਜਿਨ੍ਹਾਂ ਨੇ ਕਮਾਈ ਕੀਤੀ, ਉਹ ਗੁਰਮੁਖ ਐਸੀ ਜੁਗਤੀ ਨੂੰ ਫਿਰ ਜਾਣਦੇ ਹਨ। ਸੰਜੋਗੀ ਧਨ ਫਿਰ ਮੇਲਾ ਹੋਵੇ। ਗੁਰਮੁਖੋ ਸੰਜੋਗੀ ਜਿਹਦੇ ਸ੍ਰੇਸ਼ਟ ਕਰਮ ਪੈਦਾ ਹੋ ਜਾਣ, ਜਿਹੜਾ ਸ੍ਰੇਸ਼ਟ ਭਾਗਾਂ ਵਾਲਾ ਹੋ ਜਾਵੇ, ਜਿਹੜਾ ਚੰਗੇ ਕਰਮਾਂ ਵਾਲਾ ਹੋ ਜਾਵੇ, ਉਹ ਚੰਗੇ ਕਰਮਾਂ ਵਾਲਾ ਜਿਹੜਾ ਗੁਰਮੁਖ ਹੈ, ਫਿਰ ਉਹਦੇ 'ਤੇ ਦਾਤ ਕੀ ਹੁੰਦੀ ਹੈ? ਧਨ ਫਿਰ ਮੇਲਾ। ਧਨ ਕਹੀਏ ਜੀਵ ਇਸਤਰੀ, ਫਿਰ ਕਹੀਏ ਪਰਮਾਤਮਾ। ਉਹਨਾਂ ਜੀਵ ਇਸਤਰੀਆਂ ਦਾ ਪਰਮਾਤਮਾ ਦੇ ਨਾਲ ਮੇਲਾ ਹੁੰਦਾ ਜਿਨ੍ਹਾਂ ਦੇ ਚੰਗੇ ਸੰਯੋਗ ਪੈਦਾ ਹੋ ਜਾਣ, ਚੰਗੇ ਕਰਮ ਪੈਦਾ ਹੋ ਜਾਣ। ਉਹੀ ਫਿਰ ਜੀਵ ਇਸਤਰੀਆਂ ਪਰਮਾਤਮਾ ਨੂੰ ਮਿਲਦੀਆਂ ਹਨ। ਗੁਰਮਤ ਵਿੱਚੋਂ ਦੁਰਮਤ ਖੋਵੇ। ਜਿਹੜੇ ਗੁਰਮਤੀਏ ਨੇ, ਗੁਰ ਕੀ ਮੱਤ ਜਿਨ੍ਹਾਂ ਨੇ ਲਈ ਹੈ, ਉਹਨੇ ਨਾਮ ਜਪਣ ਵਾਲੇ, ਸੰਗਤ ਕਰਨ ਵਾਲੇ, ਸੇਵਾ ਕਰਨ ਵਾਲੇ, ਕਮਾਈ ਕਰਨ ਵਾਲੇ, ਨਿਤਨੇਮ ਕਰਨ ਵਾਲੇ, ਅੰਮ੍ਰਿਤ ਵੇਲਾ ਸਾਂਭਣ ਵਾਲੇ, ਇਹ ਨੇ ਗੁਰਮਤੀਆਂ ਦੇ ਲੱਛਣ। ਉਹਨਾਂ ਗੁਰਮਤੀਆਂ ਨੇ ਵਿੱਚੋਂ ਆਪਣੇ ਉਹ ਹੰਕਾਰ ਖਤਮ ਕਰ ਲਿਆ ਹੈ, ਕਦੇ ਮਾਨ ਨਹੀਂ ਕਰਦੇ। ਜੇ ਨਿਤਨੇਮ ਵੀ ਕੀਤਾ, ਕਹਿੰਦੇ ਮਹਾਰਾਜ ਤੁਸੀਂ ਕਰਵਾਇਆ ਹੈ। ਜਿਵੇਂ ਮੰਨ ਲਓ ਬੱਚਾ ਨਲਾਇਕ ਹੈ ਨਾ, ਸਕੂਲ ਵਿੱਚ ਜਾਵੇ ਅਤੇ ਉਹ ਨਹੀਂ ਕਰਕੇ ਜਾਂਦਾ ਜੋ ਮਾਸਟਰ ਨੇ ਦੱਸਿਆ, ਹੋਮਵਰਕ ਨਹੀਂ ਕਰਦਾ ਹੈ,
ਤੇ ਮਾਸਟਰ ਫਿਰ ਕੋਲ ਬਿਠਾ ਕੇ ਉਹਦਾ ਕੰਨ ਫੜ ਲੈਂਦਾ ਵੀ ਚੱਲ ਕਰ ਬੈਠ ਕੇ ਇੱਥੇ। ਦੱਸਦਾ ਵੀ ਹੈ, ਕਰਵਾਉਂਦਾ ਵੀ ਹੈ। ਕਿਹਨੇ ਕਰਵਾਇਆ ਹੈ? ਉਹਨੇ ਕੋਲ ਬੈਠ ਕੇ ਕਰਕੇ ਨਹੀਂ ਆਇਆ, ਨਾ ਹੀ ਉਹ ਕਰਨਾ ਚਾਹੁੰਦਾ ਹੈ, ਪਰ ਕਰਵਾਇਆ ਗਿਆ। ਗੁਰਮੁਖ ਇਹ ਗੱਲ ਕਹਿੰਦੇ ਨੇ, ਮਹਾਰਾਜ ਇਹ ਸਾਡਾ ਜਿਹੜਾ ਕੰਨ ਹੈ ਤੁਹਾਡੇ ਹੱਥਾਂ ਵਿੱਚ ਹੈ, ਤੁਹਾਡੇ ਹੁਕਮ ਦੇ ਬੱਧੇ, ਤੁਸੀਂ ਆਪ ਕਰਵਾਉਂਦੇ ਹੋ ਤੇ ਤਾਂ ਅਸੀਂ ਕਰਦੇ ਹਾਂ। ਮਹਾਰਾਜ ਜੀ ਇਹ ਨਿਤਨੇਮ ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਜੇ ਤੂੰ ਕਰਵਾਉਂਦੇ ਹੋ ਵੀ ਚੱਲ ਭਾਈ ਕਰ ਤਗੜਾ ਹੋ। ਇਹ ਗੁਰਮੁਖਾਂ ਦੀ ਨਿਮਰਤਾ। ਨਿਤਨੇਮ ਵੀ ਕਰਦੇ ਪਏ, ਨਾਮ ਵੀ ਜਪਦੇ ਪਏ, ਪਰ ਨਾਲ ਇਹ ਗੱਲ ਕਹਿੰਦੇ ਵੀ ਤੁਸੀਂ ਕਰਵਾਇਆ ਹੈ ਤੇ ਤਾਂ ਕੀਤਾ, ਤਾਂ ਹੋਇਆ। ਦੂਜੇ ਪਾਸੇ ਮਨਮੁਖ ਨੇ, ਪਹਿਲੀ ਤੇ ਗੱਲ ਚੰਗਾ ਕੰਮ ਕਰਨਾ ਕੋਈ ਨਹੀਂ, ਜੇ ਕਿਤੇ ਕਰ ਲਿਆ ਤੇ ਸਾਰੇ ਮਹੱਲੇ ਵਿੱਚ ਉਹਨਾਂ ਦੱਸਣਾ ਮੈਂ ਆ ਕੀਤਾ। ਇਹ ਮਨਮੁਖਾਂ ਦਾ ਲੱਛਣ ਹੈ। ਪਾਤਸ਼ਾਹ ਕਹਿਣ ਲੱਗੇ ਜਿਹੜੇ ਗੁਰਮਤ ਨੇ, ਗੁਰਮਤੀਏ ਨੇ, ਉਹ ਨਾਮ ਜਪ ਕੇ ਹਉਮੈ ਖਤਮ ਕਰ ਲੈਂਦੇ, ਤੇ ਜਿਹੜੇ ਦੁਰਮਤ ਖੋਵੈ, ਗੁਰਮਤ ਵਿੱਚੋਂ ਦੁਰਮਤ ਖੋਵੈ, ਜਿਹੜੇ ਗੁਰਮਤੀਏ ਨੇ ਨਾਮ ਜਪ ਕੇ ਦੁਰਮਤ ਕਹੀਏ ਖੋਟੀ ਮੱਤ ਆਪਣੀ ਨਾਸ ਕਰ ਲੈਂਦੇ ਹਨ। ਰੰਗ ਸਿਉ ਨਿਤ ਰਲੀਆਂ ਮਾਣੈ, ਆਪਣੇ ਕੰਤ ਪਿਆਰੀ ਜੀਓ। ਜਿਹੜੀ ਜੀਵ ਇਸਤਰੀ ਆਪਣੇ ਪਤੀ ਨੂੰ ਪਿਆਰੀ ਲੱਗੀ ਹੈ, ਉਹ ਫਿਰ ਉਸ ਦੇ ਰੰਗ ਕਹੀਏ ਆਨੰਦ ਦੇ ਵਿੱਚ, ਪ੍ਰਮਾਤਮਾ ਦੇ ਆਨੰਦ ਦੇ ਵਿੱਚ ਰਲੀਆ ਮਾਣੈ, ਨਿਤਾ ਪ੍ਰਤੀ ਖੁਸ਼ੀਆਂ ਮਾਣਦੀ ਹੈ। ਆਪਣੇ ਕੰਤ ਪਿਆਰੀ ਜੀਓ, ਕਿਉਂਕਿ ਉਹ ਆਪਣੇ ਕੰਤ ਪਤੀ ਪਿਆਰ ਪ੍ਰਮਾਤਮਾ ਨੂੰ ਪਿਆਰੀ ਜੋ ਲੱਗੀ ਹੈ, ਪਿਆਰੀ ਲੱਗਣ ਕਰਕੇ ਉਸਨੇ ਦਾਤਾਂ ਪ੍ਰਾਪਤ ਕੀਤੀਆਂ ਹਨ। ਸਤਿਗੁਰ ਬਾਝੋਂ ਵੈਦ ਨਾ ਕੋਈ। ਗੁਰਮੁਖੋ ਦੁਨੀਆ ਵਿੱਚ ਵੈਦ ਬੜੇ ਨੇ, ਡਾਕਟਰ ਬੜੇ ਨੇ, ਹਕੀਮ ਬੜੇ ਮਿਲ ਜਾਣਗੇ ਸਰੀਰ ਦਾ ਰੋਗ ਲੱਭਣ ਵਾਸਤੇ, ਇਲਾਜ ਕਰਨ ਵਾਸਤੇ, ਪਰ ਜਿਹੜਾ ਅਸਲੀ ਡਾਕਟਰ ਹੈ ਨਾ, ਹਕੀਮ ਵੈਦ, ਉਹ ਗੁਰੂ ਹੀ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਗੁਰੂ ਨੂੰ ਵੈਦ ਲਿਖਿਆ। ਕਿਉਂ? ਕਿਉਂਕਿ ਹਰ ਹਰ ਨਾਮ ਔਖਦ ਮੁਖ ਦੇਵੈ। ਗੁਰੂ ਨਾਮ ਦੀ ਦਵਾਈ ਦਿੰਦਾ ਮੂੰਹ ਦੇ ਵਿੱਚ, ਤੇ ਨਾਮ ਦੀ ਦਵਾਈ ਖਾਦਿਆਂ ਕੀ ਹੁੰਦਾ? ਕੱਟ ਹੈ ਜਮ ਕੀ ਫੰਦਾ। ਦੁਨਿਆਵੀ ਡਾਕਟਰ ਦੇ ਕੋਲੋਂ ਦਵਾਈ ਲਵੋਗੇ, ਸਰੀਰ ਦਾ ਹੋ ਸਕਦਾ ਰੋਗ ਠੀਕ ਹੋ ਸਕਦਾ, ਤੇ ਹੋ ਸਕਦਾ ਰੋਗ ਵੱਧ ਵੀ ਜਾਵੇ, ਜਾਂ ਇੱਕ ਦੋ ਹੋਰ ਵੀ ਲੱਗ ਜਾਣ ਆ ਕੇ। ਪਰ ਜੇ ਮੰਨ ਲਓ ਰੋਗ ਲੱਗਣਗੇ ਨਹੀਂ, ਰੋਗਾਂ ਤੋਂ ਬਚਾ ਲਵੇਗਾ, ਪਰ ਜਮਾਂ ਦੀ ਫਾਹੀ ਨਹੀਂ ਜੇ ਕੱਟ ਸਕਦਾ ਸੰਸਾਰੀ ਡਾਕਟਰ ਜਿਹੜਾ। ਪਰ ਇੱਕ ਗੁਰੂ ਇਹੋ ਜਿਹਾ ਹੈ, ਉਹ ਦਵਾਈ ਇਹੋ ਜਿਹੀ ਦਿੰਦਾ, ਕੱਟ ਹੈ ਜਮ ਕੀ ਫੰਦਾ, ਜਮਾਂ ਦੀ ਫਾਹੀ, ਟੂਟੀ ਜਮ ਕੀ ਫਾਸੀ। ਰਹਿ ਰਾਸ ਦੇ ਵਿੱਚ ਬਚਨ ਪੜਿਆ, ਜਮਾਂ ਦੀ ਫਾਹੀ ਗੁਰੂ ਕੱਟ ਦਿੰਦਾ ਹੈ। ਗੁਰੂ ਐਸਾ ਵੈਦ ਹੈ, ਐਸੀ ਦਵਾਈ ਗੁਰੂ ਦੇ ਕੋਲ ਹੈ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਸਤਿਗੁਰ ਬਾਝੋਂ ਵੈਦ ਨਾ ਕੋਈ। ਗੁਰੂ ਤੋਂ ਬਿਨਾ ਪੂਰਾ ਵੈਦ ਕੋਈ ਨਹੀਂ, ਤੇਰੇ ਰੋਗਾਂ ਦਾ ਇਲਾਜ ਕਰਨ ਵਾਲਾ ਨਹੀਂ ਹੈ। ਆਪੇ ਆਪ ਨਿਰੰਜਨ ਸੋਈ। ਕਿਉਂਕਿ ਉਹ ਜਿਹੜਾ ਨਿਰੰਜਨ ਹੈ ਨਾ ਪਰਮੇਸ਼ਰ, ਉਹ ਆਪੇ ਆਪ ਹੀ ਗੁਰੂ ਦਾ ਰੂਪ ਹੋ ਰਿਹਾ ਹੈ ਤੇ ਬਖਸ਼ਿਸ਼ ਕਰ ਰਿਹਾ ਹੈ। ਸਤਿਗੁਰ ਮਿਲਿਆ ਮਰੇ ਮੰਦਾ ਹੋਵੇ। ਮਹਾਰਾਜ ਕਹਿਣ ਲੱਗੇ ਸਤਿਗੁਰ ਮਿਲਿਆ ਮਰੇ ਮੰਦਾ। ਗੁਰੂ ਨੂੰ ਮਿਲੀਏ ਤੇ ਮੰਦਾ ਸੁਭਾਅ ਮਿਲ ਜਾਂਦਾ, ਮਰ ਜਾਂਦਾ ਹੈ। ਕਈ ਵਾਰੀ ਆਪਣੇ ਮਨ ਵਿੱਚ ਕੋਈ ਈਰਖਾ, ਕੋਈ ਦਵੈਸ਼, ਕੋਈ ਮਾੜੀ ਬਿਰਤੀ, ਕੋਈ ਮਾੜਾ ਸੁਭਾਅ, ਕੋਈ ਮਾੜੀ ਗੱਲ, ਪਰ ਜਦੋਂ ਗੁਰੂ ਕੋਲ ਆ ਜਾਈਦਾ, ਇੱਥੇ ਆ ਕੇ ਆਖੀਦਾ ਵੀ ਨਹੀਂ ਇਹ ਕੰਮ ਕਰਨਾ, ਇਹ ਮਾੜਾ ਕੰਮ, ਇਹ ਨਹੀਂ ਕਰਨਾ ਹੈ। ਚਲੋ ਗੁਰੂ ਕੋਲ ਆ ਗਿਆ, ਸਮਝ ਆ ਗਈ ਮੇਰੇ ਕੋਲੋਂ ਇਹ ਮਾੜਾ ਕਰਮ ਹੋ ਚੱਲਿਆ ਸੀ, ਪਰ ਅੱਜ ਗੁਰੂ ਨੇ ਮੈਨੂੰ ਬਚਾ ਲਿਆ ਹੈ। ਮਹਾਰਾਜ ਕਹਿੰਦੇ ਸਤਿਗੁਰ ਮਿਲਿਆ, ਜਦੋਂ ਗੁਰੂ ਨੂੰ ਮਿਲਦੇ ਆ, ਮਰੈ ਮੰਦਾ। ਮੰਦਾ ਸੁਭਾਅ ਮਹਾਰਾਜ ਮਾਰ ਦਿੰਦੇ, ਮਾੜੇ ਔਗਣ ਮਾਰ ਦਿੰਦੇ, ਇਹ ਸਾਰਿਆਂ ਨੂੰ ਦੂਰ ਕਰ ਦਿੰਦੇ ਹਨ। ਹੋਵੇ ਗਿਆਨ ਵਿਚਾਰੀ ਜੀਓ। ਉਹ ਫਿਰ ਜਿਹੜਾ ਗੁਰਮੁਖ ਹੈ ਗਿਆਨ ਦੇ ਵਿਚਾਰ ਵਾਲਾ ਹੋ ਜਾਂਦਾ ਹੈ, ਉਸ ਨੂੰ ਵਿਚਾਰ ਗਿਆਨ ਦੀ ਪ੍ਰਾਪਤ ਹੋ ਜਾਂਦੀ ਹੈ, ਫਿਰ ਗਿਆਨ ਨੂੰ ਉਸ ਵੇਲੇ ਵਿਚਾਰਦਾ ਹੈ। ਇਹੋ ਸ਼ਬਦ ਸਾਰ ਜਿਸਨੂੰ ਲਾਏ। ਮਹਾਰਾਜ ਕਹਿਣ ਲੱਗੇ ਸਾਰ ਕਹੀਏ ਸ੍ਰੇਸ਼ਟ, ਇਹ ਜਿਹੜਾ ਸ਼ਬਦ ਹੈ ਨਾ ਗੁਰੂ ਦਾ ਉਪਦੇਸ਼, ਇਹ ਜਿਨ੍ਹਾਂ ਨੂੰ ਲਾਉਂਦਾ ਹੈ ਉਹੀ ਆ ਕੇ ਸਰਵਣ ਕਰਦੇ। ਗੁਰਮੁਖੋ ਜਿਸ ਮਹੱਲੇ ਨਗਰ ਵਿੱਚ ਆਪਾਂ ਰਹੀਏ, ਉੱਥੇ ਲੱਖਾਂ ਲੋਕ ਹੋਰ ਵੀ ਹਜ਼ਾਰਾਂ ਲੋਕ ਹੋਰ ਰਹਿੰਦੇ ਨੇ, ਪਰ ਸਾਰੇ ਨਹੀਂ ਆਏ ਗੁਰੂ ਦਰਬਾਰ ਵਿੱਚ। ਕੋਈ ਵਿਰਲਾ ਹੀ ਆਇਆ, ਉਹਨੇ ਚੁਣ ਚੁਣ ਕੇ ਲਿਆਂਦਾ ਹੈ, ਜਿਹੜੇ ਸੰਗਤ ਵਿੱਚ ਆ ਕੇ ਬੈਠੇ। ਸੰਗਤ ਵਿੱਚ ਆਉਣਾ ਵੀ ਉਹਦੀ ਇੱਕ ਕਿਰਪਾ ਹੈ। ਇਹ ਸ਼ਬਦ ਸਾਰ, ਇਹ ਜਿਹੜਾ ਸ੍ਰੇਸ਼ਟ ਸ਼ਬਦ ਹੈ,
ਸੋ ਕਹਿਣ ਲੱਗੇ ਜਿਨ੍ਹਾਂ ਨੂੰ ਆਪ ਲਾਉਂਦਾ ਹੈ ਆਪਣੇ ਸ਼ਬਦ ਉਪਦੇਸ਼ ਦੇ ਨਾਲ, ਉਹੀ ਇਸ ਉਪਦੇਸ਼ ਨੂੰ ਪ੍ਰਾਪਤ ਕਰਦੇ ਹਨ। ਗੁਰਮੁਖ ਤ੍ਰਿਸ਼ਨਾ ਭੁੱਖ ਗਵਾਏ। ਜਿਹੜੇ ਗੁਰਮੁਖ ਨੇ ਉਹਨਾਂ ਦੀ ਤ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ ਹੈ। ਵੈਸੇ ਸੰਸਾਰੀ ਲੋਕਾਂ ਦੀ ਨਹੀਂ ਮਿਟਦੀ ਹੈ। ਸੰਸਾਰੀ ਲੋਕ ਨੇ ਨਾ, ਵੱਡੇ ਵੱਡੇ ਕੋਈ ਬਿਜ਼ਨਸ ਕਰਨ ਵਾਲਾ, ਵਪਾਰ ਕਰਨ ਵਾਲਾ ਹੈ, ਵੱਡੇ ਵੱਡੇ ਦੇਸ਼ਾਂ ਨੂੰ ਚਲਾਉਣ ਵਾਲੇ ਬੜੇ ਬੜੇ ਅਮੀਰ ਆਦਮੀ, ਪਰ ਭੁੱਖ ਨਹੀਂ ਮਿਟੀ ਹੈ। ਮਹਾਰਾਜ ਕਹਿਣ ਲੱਗੇ ਬਚਨ ਇਹ ਆ, ਗੁਰਮੁਖਾਂ ਦੀ ਭੁੱਖ ਮਿਟਦੀ ਹੈ। ਦੁਨੀਆ ਨੂੰ ਕਹਿੰਦਾ ਹੈ ਕਿ ਮੈਂ ਮੰਤਰੀ ਬਣ ਗਿਆ, ਮੈਂ ਵੱਡਾ ਆਦਮੀ ਬਣ ਗਿਆ, ਹੁਣ ਮੈਂ ਤਨਖਾਹ ਨਹੀਂ ਲਵਾਂਗਾ, ਫਰੀ ਕੰਮ ਹੀ ਕਰਾਂਗਾ। ਦੁਨੀਆ ਵਿੱਚ ਬੱਲੇ ਬੱਲੇ ਤੇ ਹੋਈ ਹੈ, ਪਰ ਬਾਅਦ ਵਿੱਚ ਪਤਾ ਲੱਗਦਾ ਵੀ ਇਹ ਤੇ ਵੱਡਾ ਹੀ ਘੁਟਾਲਾ ਕਰ ਗਿਆ, ਤਨਖਾਹ ਵਿੱਚੋਂ ਕੀ ਬਚਣਾ ਸੀ। ਮਹਾਰਾਜ ਕਹਿਣ ਲੱਗੇ ਤ੍ਰਿਸ਼ਨਾ ਦੀ ਭੁੱਖ ਦੁਨਿਆਵੀ ਬੰਦਿਆਂ ਦੀ ਨਹੀਂ ਬੁੱਝਦੀ, ਭਾਵੇਂ ਰਾਜਾ ਹੀ ਹੋਵੇ, ਪਰ ਤ੍ਰਿਸ਼ਨਾ ਦੀ ਭੁੱਖ ਜਿਹੜੀ ਹੈ ਉਹ ਸਾਧੂ ਦੀ ਬੁੱਝ ਜਾਂਦੀ। ਨਾਮ ਜਪਣ ਵਾਲੇ ਦੀ ਤ੍ਰਿਸ਼ਨਾ ਦੀ ਭੁੱਖ ਖਤਮ ਹੋ ਜਾਂਦੀ ਹੈ, ਤ੍ਰਿਸ਼ਨਾ ਰਹਿੰਦੀ ਨਹੀਂ ਕਿਸੇ ਗੱਲ ਦੀ। ਆਪਾਂ ਸਾਖੀ ਸਰਵਣ ਕਰਦੇ ਨਾ, ਸ਼ਾਹ ਸਿਕੰਦਰ ਮਿਲਿਆ ਇੱਕ ਸਾਧੂ ਨੂੰ, ਤੇ ਸਾਧੂ ਨੂੰ ਕਹਿਣ ਲੱਗਾ ਜੀ ਮੈਂ ਹਿੰਦੁਸਤਾਨ ਜਿੱਤਣ ਵਾਸਤੇ ਚੱਲਿਆ। ਕਹਿਣ ਲੱਗੇ ਚਲੋ ਚੱਲਿਆ ਤੇ ਫਿਰ ਕੀ ਕਰੇਗਾ? ਕਹਿਣ ਲੱਗਾ ਫਿਰ ਹੋਰ ਦੇਸ਼ ਨੂੰ ਜਿੱਤਾਂਗਾ। ਕਹਿੰਦੇ ਫਿਰ ਕੀ ਕਰੇਗਾ? ਕਹਿੰਦਾ ਫਿਰ ਹੋਰ ਦੇਸ਼ ਨੂੰ ਜਿੱਤਾਂਗਾ। ਮਹਾਤਮਾ ਕਹਿੰਦੇ ਫਿਰ ਕੀ ਕਰੇਗਾ? ਫਿਰ ਅਖੀਰ ਤੇ ਆਖਦਾ ਵੀ ਸਾਰੀ ਦੁਨੀਆ ਹੀ ਜਿੱਤਣੀ ਹੈ। ਜਦੋਂ ਸਾਰੀ ਦੁਨੀਆ ਜਿੱਤਣੀ ਹੈ, ਮਹਾਤਮਾ ਕਹਿੰਦੇ ਫਿਰ ਕੀ ਕਰੇਗਾ? ਕਹਿੰਦਾ ਫਿਰ ਤੁਹਾਡੇ ਵਾਂਗੂ ਬੈਠ ਕੇ ਮੈਂ ਇਸ ਤਰ੍ਹਾਂ ਹੀ ਨਾਮ ਜਪਿਆ ਕਰਾਂਗਾ, ਦੁਨੀਆ ਦਾ ਫਿਕਰ ਲੈ ਜਾਏਗਾ। ਉਹ ਕਹਿਣ ਲੱਗੇ ਨਹੀਂ ਭਾਈ, ਇਸ ਤਰ੍ਹਾਂ ਫਿਕਰ ਨਹੀਂ ਲੈਂਦੇ, ਸਗੋਂ ਫਿਕਰ ਪੈਂਦਾ ਹੈ, ਫਿਰ ਨਹੀਂ ਜਪਿਆ ਜਾਣਾ। ਜੇ ਜਪਣਾ ਜਿੱਥੇ ਸਾਡੇ ਨਾਲ ਹੁਣੇ ਹੀ ਬੈਠ, ਸਾਡੇ ਲਸ਼ਕਰ ਨੂੰ, ਫੌਜ ਨੂੰ ਛੱਡ ਜਾਣ ਦੇ ਤੇ ਬੈਠ ਜਾ ਸਾਡੇ ਕੋਲ, ਤ੍ਰਿਸ਼ਨਾ ਛੱਡ ਦੇ ਦੁਨੀਆ ਨੂੰ ਜਿੱਤਣ ਦੀ, ਨਾਮ ਜਪ ਤੇ ਹੁਣੇ ਹੀ ਚੈਨ ਆ ਜਾਣਾ। ਪਰ ਨਹੀਂ, ਰੁਕਿਆ ਨਹੀਂ ਗਿਆ। ਸ਼ਾਹ ਸਿਕੰਦਰ ਦੇ ਕੋਲੋਂ ਮਰ ਗਿਆ, ਜਾ ਕੇ ਸਮੁੰਦਰ ਦੇ ਵਿੱਚ ਜਾਂਦਾ ਜਾਂਦਾ ਰਸਤੇ ਵਿੱਚ ਹੀ ਮਰ ਕੇ ਆਪਣੇ ਦੇਸ਼ ਪਹੁੰਚਿਆ, ਯੂਨਾਨ ਦੇ ਵਿੱਚ। ਮਹਾਰਾਜ ਕਹਿਣ ਲੱਗੇ ਭਾਈ ਇਹ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਰਾਜਿਆਂ ਦੀ ਵੀ ਨਹੀਂ ਬੁਝੀ ਹੈ। ਰਾਜੇ ਆਪਣੇ ਦੇਸ਼ ਤੱਕ ਵਾਪਸ ਜਿਉਂਦੇ ਹੀ ਨਹੀਂ ਜਾ ਸਕੇ, ਰਸਤੇ ਵਿੱਚ ਹੀ ਮਰ ਖਪ ਗਏ। ਪਰ ਗੁਰਮੁਖ ਜਿਹੜੇ ਨੇ ਉਹਨਾਂ ਦੀ ਤ੍ਰਿਸ਼ਨਾ ਦੀ ਭੁੱਖ ਬੁੱਝ ਜਾਂਦੀ ਹੈ, ਉਹ ਤ੍ਰਿਸ਼ਨਾ ਦੀ ਭੁੱਖ ਉਹਨਾਂ ਨੂੰ ਰਹਿੰਦੀ ਨਹੀਂ ਹੈ। ਆਪਣ ਲਿਆ ਕਿਛ ਨਾ ਪਾਈਐ। ਪਰ ਗੁਰਮੁਖੋ ਜੇ ਬੰਦਾ ਇਹ ਸੋਚੇ ਨਾ ਵੀ ਮੈਂ ਆਪ ਹੀ ਸਭ ਕੁਝ ਲੈ ਲਵਾਂ ਤੇ ਮੈਨੂੰ ਸਭ ਕੁਝ ਮਿਲ ਜਾਵੇ, ਨਹੀਂ, ਆਪਣਾ ਲਿਆ ਕੁਝ ਨਹੀਂ ਮਿਲਦਾ। ਮੰਗਤਾ ਚਾਹੇਗਾ ਵੀ ਮੈਂ ਮੰਗਾ, ਗਰੀਬ ਚਾਹੇਗਾ ਮੈਂ ਗਰੀਬ ਰਵਾਂ। ਹਰੇਕ ਬੰਦਾ ਚਾਹੁੰਦਾ ਮੈਂ ਅਰਬਾਂ ਖਰਬਾਂ ਪਤੀ ਹੋ ਜਾਵਾਂ, ਫਿਰ ਤੇ ਸਾਰੇ ਹੀ ਅਰਬਾਂ ਪਤੀ ਬਣ ਜਾਣ। ਮਹਾਰਾਜ ਕਹਿੰਦੇ ਆਪਣਾ ਲਿਆ ਕੁਝ ਨਹੀਂ ਮਿਲਦਾ ਹੈ। ਆਪਾਂ ਜਿੰਨੇ ਬੈਠੇ ਹਾਂ, ਕੌਣ ਚਾਹੁੰਦਾ ਵੀ ਮੇਰਾ ਸਰੀਰ ਬਿਮਾਰ ਹੋਵੇ? ਕੌਣ ਚਾਹੁੰਦਾ ਮੈਂ ਦਵਾਈ ਖਾਵਾਂ? ਕੌਣ ਚਾਹੁੰਦਾ ਵੀ ਮੇਰੇ ਪਰਿਵਾਰ ਨੂੰ ਦੁੱਖ ਆਵੇ? ਕੋਈ ਨਹੀਂ ਨਾ ਚਾਹੁੰਦਾ। ਨਾ ਸਰੀਰ ਦਾ ਦੁੱਖ ਕੋਈ ਚਾਹੁੰਦਾ, ਨਾ ਪਰਿਵਾਰ ਦਾ ਦੁੱਖ ਕੋਈ ਚਾਹੁੰਦਾ, ਨਾ ਕੋਈ ਮਾਇਆ ਦੀ ਘਾਟ ਚਾਹੁੰਦਾ। ਪਰ ਫਿਰ ਵੀ ਸਰੀਰ ਨੂੰ ਦੁੱਖ ਆਇਆ ਹੀ ਹੈ, ਪਰਿਵਾਰ ਨੂੰ ਵੀ ਦੁੱਖ ਆਇਆ, ਮਾਇਆ ਦੀ ਘਾਟ ਵੀ ਆ ਜਾਂਦੀ। ਉਹਦਾ ਕਾਰਨ ਕੀ ਹੈ? ਮਹਾਰਾਜ ਕਹਿਣ ਲੱਗੇ ਆਪਣ ਲੀਆ ਕਿਛੂ ਨਾ ਪਾਈਏ। ਆਪਣੇ ਆਪ ਨਹੀਂ ਕੁਝ ਵੀ ਮਿਲਦਾ ਹੈ। ਬੰਦਾ ਜੇ ਚਾਹੇ ਮੈਂ ਆਪੇ ਹੀ ਸਭ ਕੁਝ ਕਰਾਂ, ਨਹੀਂ, ਆਪਣਾ ਲਿਆ ਹੋਇਆ ਕੁਝ ਵੀ ਮਿਲਦਾ ਨਹੀਂ ਹੈ। ਕਰ ਕਿਰਪਾ ਕਲ ਧਾਰੀ ਜੀਓ। ਜਿਨ੍ਹਾਂ ਦੇ ਉੱਪਰ ਉਹ ਕਿਰਪਾ ਕਰਦਾ ਹੈ ਨਾ, ਉਹਨਾਂ ਨੂੰ ਫਿਰ ਖਜ਼ਾਨੇ ਦਿੰਦਾ ਹੈ, ਉਹਨਾਂ ਨੂੰ ਤੇ ਬਣਾ ਦਿੰਦਾ ਬਾਦਸ਼ਾਹ। ਕਿਉਂਕਿ ਉਸ ਨੇ ਆਪਣੀ ਕਲ ਸ਼ਕਤੀ ਰੱਖੀ ਹੈ ਨਾ ਸਾਰਿਆਂ ਵਿੱਚ, ਜਿਹਨੂੰ ਉਹ ਦੇਣਾ ਚਾਹੁੰਦਾ ਹੈ ਉਹਨੂੰ ਫਿਰ ਦਾਤਾਂ ਦੇ ਦਿੰਦਾ ਹੈ। ਅਗਮ ਨਿਗਮ ਸਤਿਗੁਰੂ ਦਿਖਾਇਆ। ਸਤਿਗੁਰੂ ਐਸੇ ਨੇ, ਅਗਮ ਨਿਗਮ ਤੋਂ ਭਾਵ, ਅਗਮ ਤੋਂ ਭਾਵ ਹੁੰਦਾ ਗੁਰਮੁਖੋ ਵੇਦ, ਤੇ ਨਿਗਮ ਤੋਂ ਭਾਵ ਹੁੰਦਾ ਸ਼ਾਸਤਰ। ਜੋ ਵੇਦਾਂ ਤੇ ਸ਼ਾਸਤਰਾਂ ਦਾ ਸਿਧਾਂਤ ਹੈ ਨਾ, ਸਿਧਾਂਤ ਕੀ ਹੈ? ਪਰਮਾਤਮਾ ਦੀ ਪ੍ਰਾਪਤੀ, ਉਹ ਗੁਰੂ ਦਿਖਾ ਦਿੰਦਾ ਕਿਰਪਾ ਕਰਕੇ। ਫਿਰ ਫਰਮਾਉਂਦੇ ਹਨ ਅਗਮ ਨਿਗਮ ਸਤਿਗੁਰੂ ਦਿਖਾਇਆ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਜਿਹੜੇ ਨਿਗਮ ਵੇਦ ਸ਼ਾਸਤਰ ਨੇ ਨਾ, ਉਹਨਾਂ ਵਿੱਚ ਲਿਖਿਆ ਵੀ ਪਰਮਾਤਮਾ ਬੜਾ ਹੀ ਅਗਮ ਹੈ, ਮਿਲਣਾ ਬੜਾ ਹੀ ਔਖਾ ਹੈ। ਇਹ ਸ਼ਾਸਤਰਾਂ ਵਿੱਚ ਲਿਖਿਆ ਹੈ ਵੀ ਰੱਬ ਮਿਲਣਾ ਬੜਾ ਔਖਾ ਹੈ। ਪਰ ਮਹਾਰਾਜ ਕਹਿੰਦੇ ਉਸ ਪਰਮਾਤਮਾ ਨੂੰ ਗੁਰੂ ਦਿਖਾਇਆ, ਗੁਰੂ ਨੇ ਸੌਖਾ ਹੀ ਵਿਖਾ ਦਿੱਤਾ ਹੈ। ਜਿਹੜਾ ਲਿਖਿਆ ਨਾ ਗ੍ਰੰਥਾਂ ਵਿੱਚ ਵੀ ਰੱਬ ਮਿਲਣਾ ਬੜਾ ਔਖਾ, ਗੁਰੂ ਨੇ ਬੜੇ ਸੌਖੇ ਤਰੀਕੇ ਨਾਲ ਹੀ ਉਸ ਨੂੰ ਮਿਲਾ ਦਿੱਤਾ ਹੈ। ਕਰ ਕਿਰਪਾ ਆਪਣੇ ਘਰ ਆਇਆ। ਜਿਨ੍ਹਾਂ ਦੇ ਉੱਪਰ ਉਹ ਕਿਰਪਾ ਕਰਦਾ, ਉਹ ਅੰਤਹਿਕਰਨ ਰੂਪੀ ਘਰ ਵਿੱਚ ਜਗਿਆਸੂ ਗੁਰਮੁਖ ਪਹੁੰਚ ਜਾਂਦੇ ਹਨ। ਅੰਜਨ ਮਾਹੇ ਨਿਰੰਜਨ ਜਾਤਾ। ਗੁਰਮੁਖੋ ਅੰਜਨ ਨਾਮ ਮਾਇਆ ਦਾ ਹੈ,
ਉਹ ਗੁਰਮੁਖ ਮਾਇਆ ਵਿੱਚ ਰਹਿੰਦਿਆਂ ਪਰਮੇਸ਼ਰ ਨੂੰ ਜਾਣ ਲੈਂਦੇ। ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਨਿਰਲੇਪ ਰਹਿੰਦਾ ਹੈ, ਉਹ ਗੁਰਮੁਖ ਮਾਇਆ ਵਿੱਚ ਰਹਿ ਕੇ, ਮਾਇਆ ਤੋਂ ਨਿਰਲੇਪ ਰਹਿ ਕੇ ਰੱਬ ਨੂੰ ਮਿਲ ਜਾਂਦੇ। ਹੈਨ ਪਰਿਵਾਰ ਵਾਲੇ, ਹੈਨ ਬੱਚਿਆਂ ਵਾਲੇ, ਹੈ ਜ਼ਮੀਨ ਜਾਇਦਾਦ ਤੇ ਘਰ-ਬਾਰ ਵਾਲੇ, ਪਰ ਇਹਨਾਂ ਸਾਰਿਆਂ ਵਿੱਚ ਰਹਿ ਕੇ ਉਹ ਆਪਣਾ ਨਿਤਨੇਮ ਨਹੀਂ ਛੱਡਦੇ, ਆਪਣੀ ਬੰਦਗੀ ਨਹੀਂ ਛੱਡਦੇ, ਨਾਮ ਜਪਣਾ ਨਹੀਂ ਛੱਡਦੇ। ਹੁਣ ਕਿਰਤ ਤੇ ਗੁਰੂ ਨਾਨਕ ਸਾਹਿਬ ਨੇ ਵੀ ਕੀਤੀ, ਹਲ ਵੀ ਜੋਇਆ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਸੁਲਤਾਨਪੁਰ ਦੀ ਧਰਤੀ ਤੇ ਹੱਟ ਵੀ ਕੀਤਾ ਹੈ, ਮੱਝਾਂ ਵੀ ਚਾਰੀਆਂ ਨੇ, ਵਪਾਰ ਵੀ ਕੀਤਾ ਹੈ, ਪਰ ਸਾਰਿਆਂ ਵਿੱਚ ਕਰਦਿਆਂ ਹੋਇਆਂ ਪਰਮੇਸ਼ਰ ਦੇ ਨਾਲ ਜੁੜੇ ਰਹੇ। ਸਾਨੂੰ ਸਮਝਾ ਦਿੱਤਾ ਬਚਨ ਉਹਨਾਂ ਨੇ ਵੀ ਮਸਤਾਨੇ ਦੀਵਾਨੇ ਹੋ ਕੇ ਕੰਮਕਾਰ ਛੱਡ ਕੇ ਬਾਹਰ ਜੰਗਲ ਵਿੱਚ ਜਾਇਆ ਨਹੀਂ ਕੁਝ ਪ੍ਰਾਪਤੀ ਹੈ, ਤੂੰ ਪਰਿਵਾਰ ਘਰ ਵਿੱਚ ਰਹਿੰਦਿਆਂ ਵੀ ਉਹਦੀ ਪ੍ਰਾਪਤੀ ਕਰ ਸਕਦਾ ਹੈ। ਸਤਿਗੁਰੂ ਕਹਿਣ ਲੱਗੇ ਬਚਨ ਇਹ ਹੈ, ਅੰਜਨ ਮਾਹੇ ਨਿਰੰਜਨ ਜਾਤਾ। ਜਿਹੜੇ ਗੁਰਮੁਖ ਨੇ ਉਹ ਅੰਜਨ ਮਾਇਆ ਵਿੱਚ ਰਹਿੰਦਿਆਂ ਵੀ ਉਸ ਨਿਰੰਜਨ ਪਰਮਾਤਮਾ ਨੂੰ ਜਾਣ ਲੈਂਦੇ ਹਨ। ਜਿਨ ਕੋ ਨਜ਼ਰ ਤੁਮਾਰੀ ਜੀਓ, ਪਰ ਜਾਣਦਾ ਕੌਣ ਹੈ? ਜਿਨ੍ਹਾਂ ਦੇ ਉੱਪਰ ਤੁਹਾਡੀ ਕਿਰਪਾ ਹੋਵੇ। ਤੁਹਾਡੀ ਕਿਰਪਾ ਬਿਨਾਂ, ਬਖਸ਼ਿਸ਼ ਬਿਨਾਂ ਕੋਈ ਵੀ ਉਸ ਨੂੰ ਜਾਣ ਨਹੀਂ ਸਕਦਾ ਹੈ। ਤੁਸੀਂ ਕਿਰਪਾ ਕਰਦੇ ਹੋ ਤੇ ਮਾਇਆ ਵਿੱਚ ਰਹਿੰਦੇ ਨੂੰ ਵੀ ਉਸ ਦੇ ਦਰਸ਼ਨ ਕਰਵਾ ਦਿੰਦੇ ਹੋ। ਗੁਰਮੁਖ ਹੋਵੇ ਸੋ ਤਤ ਪਾਏ। ਪਰ ਇਹ ਗੁਰਮੁਖਾਂ ਨੂੰ ਦਾਤ ਹੈ। ਭਗਤ ਧੰਨਾ ਜੀ ਨੂੰ ਦਰਸ਼ਨ ਹੋਏ ਨਾ ਪਰਮੇਸ਼ਰ ਦੇ, ਤੇ ਭਗਤ ਧੰਨਾ ਜੀ ਬੈਠੇ ਸਾਰੇ ਕੰਮ ਹੁੰਦੇ ਪਏ। ਜਿਹਨੂੰ ਬ੍ਰਾਹਮਣ ਆ ਗਿਆ, ਕਹਿਣ ਲੱਗਾ ਵੀ ਧੰਨਿਆ ਕੰਮ ਕੋਈ ਨਹੀਂ ਕਰਦਾ, ਬੈਠਾ ਹੋਇਆ ਕਿਵੇਂ ਚੱਲੇਗਾ? ਤੇ ਭਗਤ ਧੰਨਾ ਜੀ ਕਹਿਣ ਲੱਗੇ ਬ੍ਰਾਹਮਣ ਜੀ ਨੂੰ, ਕਹਿੰਦੇ ਵੇਖੋ ਮੇਰੇ ਕੰਮ ਤੇ ਆਪੇ ਹੀ ਹੋਈ ਜਾ ਰਿਹਾ। ਉਹ ਵੇਖੋ ਹਰੀ ਜਿਹੜਾ ਉਹ ਮੇਰਾ ਖੂਹ ਚਲਾਉਂਦਾ ਪਿਆ, ਇੱਧਰ ਮੇਰੇ ਫਸਲਾਂ ਨੂੰ ਪਾਣੀ ਲਾਉਂਦਾ ਪਿਆ, ਉੱਧਰ ਮੇਰੀਆਂ ਗਾਵਾਂ ਚਾਰਦਾ ਪਿਆ, ਇੱਧਰ ਪ੍ਰਸ਼ਾਦਾ ਪਾਣੀ ਬਣਦਾ ਪਿਆ। ਸਾਰੇ ਕੰਮ ਉਹ ਪਰਮੇਸ਼ਰ ਆਪ ਕਰਦਾ ਪਿਆ। ਤੇ ਉਹ ਵੇਖ ਸਾਹਮਣੇ ਬ੍ਰਾਹਮਣ ਮੇਰੇ ਵੱਲ ਵੇਖ ਕੇ ਹੱਸਦਾ ਵੀ ਪਿਆ ਹੈ। ਬ੍ਰਾਹਮਣ ਨੇ ਚਾਰ ਚੁਫੇਰੇ ਨਿਗਾਹ ਮਾਰੀ, ਉਹਨੂੰ ਕੁਝ ਦਿਸਿਆ ਹੀ ਨਹੀਂ। ਕਹਿਣ ਲੱਗਾ ਧੰਨਿਆ ਮੈਨੂੰ ਤੇ ਕੁਝ ਨਹੀਂ ਦਿਸਿਆ ਹੈ। ਉਸ ਵੇਲੇ ਭਗਤ ਧੰਨਾ ਜੀ ਨੇ ਆਖਿਆ, ਕਹਿਣ ਲੱਗੇ ਅਕਾਲ ਪੁਰਖ ਮੈਨੂੰ ਦਰਸ਼ਨ ਦਿੱਤੇ, ਹੋਰ ਇਹਨੂੰ ਵੀ ਦਰਸ਼ਨ ਦਿਓ। ਇਹ ਕਹਿੰਦਾ ਮੈਨੂੰ ਦਿਸਿਆ ਹੀ ਨਹੀਂ, ਤੁਸੀਂ ਮੈਨੂੰ ਦਿਸਦੇ ਪਏ। ਤੇ ਅਕਾਲ ਪੁਰਖ ਕਹਿਣ ਲੱਗੇ ਵੀ ਧੰਨਿਆ ਇਹ ਬੰਦਾ ਮਾਇਆ ਵਿੱਚ ਫਸਿਆ ਹੋਇਆ ਹੈ, ਚਲਾਕ ਹੈ, ਵੇ ਤੇਰੇ ਨਾਲ ਵੀ ਧੋਖਾ ਕੀਤਾ ਹੈ। ਤੈਨੂੰ ਇੱਕ ਪੱਥਰ ਦੇ ਦਿੱਤਾ, ਤੇਰੇ ਕੋਲੋਂ ਸੱਜਰ ਸੂਈ ਗਾਂ ਇਸਨੇ ਲੈ ਲਈ ਹੈ, ਤੇਰੇ ਨਾਲ ਵੀ ਤੇ ਧੋਖਾ ਹੀ ਕੀਤਾ ਹੈ ਨਾ, ਛਾਲੀ ਕੀਤਾ ਨੇ, ਪਖੰਡੀ ਹੈ। ਮੈਂ ਪਖੰਡੀਆਂ ਤੇ ਛਲੀਆਂ ਨੂੰ ਦਰਸ਼ਨ ਨਹੀਂ ਦਿੰਦਾ, ਲਾਲਚੀਆਂ। ਤੇਰੇ ਵਰਗੇ ਭੋਲੇ ਭਾਲੇ ਭਗਤਾਂ ਨੂੰ ਦਰਸ਼ਨ ਦਿੰਦਾ ਹਾਂ। ਤੇ ਫਿਰ ਧੰਨਾ ਜੀ ਨੇ ਆਖਿਆ, ਕਹਿਣ ਲੱਗਾ ਮਹਾਰਾਜ ਠੀਕ ਹੈ, ਇਹ ਚਲਾਕ ਹੈ, ਇਹ ਭੁੱਖਾ ਹੈ, ਇਹ ਮਾਇਆ ਨੂੰ ਚਾਹੀਦੀ, ਸਾਰਾ ਕੁਝ ਇਹਨੂੰ ਚਾਹੀਦਾ। ਪਰ ਅਸਲ ਵਿੱਚ ਗੱਲ ਇਹ ਆ ਵੀ ਦਰਸ਼ਨ ਮੈਨੂੰ ਇਹਦੇ ਕਰਕੇ ਹੀ ਹੋਏ ਨੇ। ਜੇ ਮੈਨੂੰ ਇਹ ਨਾ ਪੱਥਰ ਦਿੰਦਾ ਤੇ ਮੈਨੂੰ ਕਿੱਥੋਂ ਮਿਲਣਾ? ਦਰਸ਼ਨ ਇਹਦੇ ਕਰਕੇ ਹੋਏ ਨੇ। ਪਰ ਕਿਰਪਾ ਇਹ ਕਰੋ ਵੀ ਇਹਨੂੰ ਵੀ ਦਰਸ਼ਨ ਦੇ ਹੀ ਦਿਓ, ਮੇਰੇ ਕਹਿਣ ਤੇ ਹੀ ਮਹਾਰਾਜ ਦੇ ਦਿਓ, ਭਲਾ ਕਰ ਦਿਓ ਇਹਦਾ। ਕਹਿਣ ਲੱਗੇ ਚਲੋ ਠੀਕ ਹੈ, ਤੁਸੀਂ ਆਖਦੇ ਹੋ ਤੇ ਫਿਰ ਦਰਸ਼ਨ ਦਿੰਦੇ ਹਾਂ। ਫਿਰ ਉਸ ਬ੍ਰਾਹਮਣ ਨੂੰ ਵੀ ਭਗਤ ਧੰਨਾ ਜੀ ਨੇ ਦਰਸ਼ਨ ਕਰਵਾ ਦਿੱਤੇ। ਬਚਨ ਆਪਾਂ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਇਹ ਸਰਬੱਤ ਦਾ ਭਲਾ ਮੰਗਣ ਵਾਲਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ। ਆਪਣਾ ਭਲਾ ਕੀਤਾ ਨਾਲ ਉਹਦਾ ਵੀ ਕਰਵਾ ਦਿੱਤਾ। ਮਹਾਰਾਜ ਕਹਿੰਦੇ ਭਾਈ ਬਚਨ ਇਹ ਹੈ, ਜਿਨ੍ਹਾਂ ਉੱਪਰ ਤੇਰੀ ਨਜ਼ਰ ਹੋਵੇ ਉਹ ਗੁਰਮੁਖ ਆਪ ਤੇ ਪਰਮਾਤਮਾ ਨੂੰ ਪ੍ਰਾਪਤ ਕਰ ਹੀ ਲੈਂਦੇ। ਜਿਹੜੇ ਦੂਜੇ ਮਾਇਆ ਵਿੱਚ ਡੁੱਬੇ ਹੋਏ ਨੇ ਉਹਨਾਂ ਨੂੰ ਵੀ ਉਹ ਦਰਸ਼ਨ ਕਰਵਾ ਦਿੰਦੇ ਹਨ। ਆਪਣਾ ਆਪ ਵਿੱਚੋਂ ਗਵਾਏ, ਗੁਰਮੁਖ ਹੋਵੇ ਸੋ ਤਤ ਪਾਏ। ਜਿਹੜੇ ਗੁਰਮੁਖ ਹੁੰਦੇ ਨੇ ਉਹ ਸਿਧਾਂਤ ਸਰੂਪ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ। ਆਪਣਾ ਆਪ ਵਿੱਚੋਂ ਗਵਾਏ। ਤੇ ਫਿਰ ਆਪਣਾ ਆਪ ਕੀ ਹੈ? ਹੰਕਾਰ, ਮੈਂ ਮੇਰੀ, ਇਹ ਹੈ ਆਪਣਾ ਆਪ। ਹਉਮੈ ਮੇਰੇ ਵਰਗਾ ਕੋਈ ਨਹੀਂ, ਮੈਂ ਹੀ ਸਭ ਤੋਂ ਚੰਗਾ। ਜੋ ਵੀ ਮੈਂ ਕਰਕੇ ਗੱਲ ਆ ਗਈ ਨਾ, ਇਹ ਸਾਰੀ ਆਪਣੇ ਮਨ ਵਿੱਚੋਂ ਗੁਰਮੁਖ ਗਵਾ ਕੇ ਪਰੇ ਕਰ ਦਿੰਦੇ, ਮੈਂ ਮੇਰੀ ਵਿੱਚ ਨਹੀਂ ਪੈਂਦੇ ਹਨ। ਸਤਿਗੁਰ ਬਾਝੋਂ ਸਭ ਧੰਦ ਕਮਾਵਾ। ਗੁਰਮੁਖੋ ਇਹ ਬਚਨ ਵੇਖ ਲਓ, ਗੁਰੂ ਤੋਂ ਬਿਨਾ ਸਾਰੀ ਦੁਨੀਆ ਧੰਦਾ ਹੀ ਕਮਾਉਂਦੀ ਪਈ ਹੈ। ਨਿਗਾਹ ਮਾਰ ਕੇ ਵੇਖੋ ਆਪਣੇ ਵੱਲ, ਆਪਣੇ ਪਰਿਵਾਰ ਵੱਲ, ਆਪਣੇ ਪਿੰਡ ਵੱਲ, ਆਪਣੇ ਸ਼ਹਿਰ ਦੇ ਮਹੱਲੇ ਵੱਲ, ਆਪਣੇ ਗੁਆਂਢੀਆਂ ਦੇ ਵੱਲ। ਸਾਰੀ ਦੁਨੀਆ ਧੰਦਾ ਹੀ ਕਮਾਉਂਦੀ ਪਈ ਹੈ। ਕੋਈ ਨੌਕਰੀ ਤੇ ਭੱਜਾ ਜਾਂਦਾ, ਕੋਈ ਭੱਜਾ ਆਉਂਦਾ, ਕੋਈ ਰਾਤ ਨੂੰ ਕਰਦਾ ਪਿਆ, ਕੋਈ ਦਿਨੇ ਕਰਦਾ ਪਿਆ, ਕੋਈ ਵਪਾਰ ਵਾਸਤੇ ਭੱਜਾ ਫਿਰਦਾ, ਕੋਈ ਬਿਜ਼ਨਸਮੈਨ ਬਣਿਆ ਹੋਇਆ, ਕੋਈ ਨੌਕਰੀ ਕਰਦਾ।
ਸਾਰੀ ਦੁਨੀਆ ਹੀ ਧੰਦਾ ਕਰਦੀ ਪਈ ਹੈ। ਨੌਕਰੀ ਵਾਲੇ ਦੀ ਇਹ ਇੱਛਾ ਨਹੀਂ ਹੈ ਵੀ ਰੱਬ ਮਿਲੇ, ਨੌਕਰੀ ਵਾਲੇ ਦੀ ਇੱਛਾ ਹੈ ਬੋਨਸ ਮਿਲੇ, ਮਾਲਕ ਖੁਸ਼ ਹੋਵੇ, ਤਰੱਕੀ ਮਿਲ ਜਾਵੇ। ਵਪਾਰ ਕਰਨ ਵਾਲੇ ਦੀ ਇੱਛਾ ਇਹ ਨਹੀਂ ਹੈ ਪਰਮਾਤਮਾ ਮਿਲੇ, ਉਹਦੀ ਇੱਛਾ ਇਹ ਹੈ ਵੀ ਇਹ 10 ਪੈਸੇ ਕਮਾਏ ਨੇ, ਇਹਦੇ ਵਿੱਚੋਂ 20 ਅੱਗੇ ਜਾ ਕੇ ਕਮਾਵਾਂ। ਸਾਰੀ ਦੁਨੀਆ ਧੰਦਾ ਹੀ ਕਰਦੀ ਪਈ ਹੈ। ਮਹਾਰਾਜ ਕਹਿਣ ਲੱਗੇ ਧੰਦੇ ਵਾਲੇ ਨੇ ਰੱਬ ਨਹੀਂ ਪਾਇਆ। ਅਵਰ ਕਾਜ ਤੇਰਾ ਕਿਤਾ ਹੈ ਨਾ ਕਾ। ਬਾਣੀ ਦਾ ਬਚਨ ਹੈ ਨਾ ਮਹਾਰਾਜ ਸਾਹਿਬ ਦੀਆਂ। ਸਾਰੀ ਦੁਨੀਆ ਧੰਦੇ ਵਿੱਚ ਲੱਗੀ ਹੈ, ਧੰਦੇ ਵਾਲਾ ਪਰਮੇਸ਼ਰ ਨੂੰ ਨਹੀਂ ਪਾਉਂਦਾ, ਖਾਲੀ ਰਹਿ ਜਾਂਦਾ ਹੈ। ਮਹਾਰਾਜ ਬਚਨ ਕਰਦੇ ਪਏ, ਕਹਿਣ ਲੱਗੇ ਭਾਈ ਬਚਨ ਇਹ ਹੈ ਸਤਿਗੁਰੂ ਬਾਝੋਂ ਸਭ ਧੰਦ ਕਮਾਵੇ। ਗੁਰੂ ਤੋਂ ਬਿਨਾਂ ਸਾਰੀ ਦੁਨੀਆ ਧੰਦਾ ਹੀ ਕਮਾ ਰਹੀ ਹੈ, ਧੰਦਾ ਹੀ ਕਰਦੀ ਪਈ ਹੈ, ਕੰਮਾਂ ਵਿੱਚ ਹੀ ਲੱਗੇ ਹੋਏ। ਦੁਨੀਆ ਨੂੰ ਇਹ ਹੈ ਵੀ ਅਸੀਂ ਦੁਨੀਆ ਤੇ ਆਏ ਹੀ ਕੰਮ ਕਰਨ ਵਾਸਤੇ ਆ, ਇਸ ਕਰਕੇ ਕੰਮ ਵਿੱਚ ਲੱਗੇ ਹਨ। ਵੇਖੋ ਮਨ ਵਿਚਾਰੀ ਜੀਓ। ਪਰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ ਨਾ, ਉਹਨਾਂ ਵਿਚਾਰਵਾਨਾਂ ਨੂੰ ਇਹ ਗੱਲ ਪਤਾ ਲੱਗੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤੇ ਘਰ ਘਰ। ਇਹੀ ਆ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਸੋਚਿਆ ਵੀ ਸ਼ਾਇਦ ਮੈਨੂੰ ਇਹ ਵਿਕਾਰ ਚਿੰਬੜੇ ਨੇ, ਮੈਨੂੰ ਧੰਦੇ ਚਿੰਬੜੇ ਨੇ, ਮੈਨੂੰ ਮਜਬੂਰੀਆਂ ਲੱਗੀਆਂ ਹੋਈਆਂ। ਪਰ ਜਦੋਂ ਮੈਂ ਅਵਸਥਾ ਪ੍ਰਾਪਤ ਕੀਤੀ ਨਾ, ਗਿਆਨ ਅਵਸਥਾ ਵਿੱਚ ਸਵਾਰ ਹੋਇਆ, ਫਿਰ ਜਾ ਕੇ ਸਮਝ ਪਈ ਹੈ ਵੀ ਨਹੀਂ, ਇਹ ਤੇ ਸਾਰਿਆਂ ਘਰਾਂ ਵਿੱਚ ਹੀ ਉਹ ਅੱਗ ਲੱਗੀ। ਹਰੇਕ ਬੰਦਾ ਧੰਦੇ ਵਿੱਚ ਵਿਕਾਰ ਵਿੱਚ ਫਸਿਆ ਹੋਇਆ। ਪਾਤਸ਼ਾਹ ਕਹਿਣ ਲੱਗੇ ਵਿਚਾਰਵਾਨਾਂ ਨੂੰ ਇਹ ਸਮਝ ਪ੍ਰਾਪਤ ਹੋਈ ਹੈ। ਇੱਕ ਭਰਮ ਭੁੱਲੇ ਫਿਰੇ ਹੰਕਾਰੀ। ਇੱਕ ਉਹ ਲੋਕ ਨੇ ਜਿਹੜੇ ਭਰਮ ਦੇ ਵਿੱਚ ਭੁੱਲੇ ਹੋਏ ਨੇ। ਭਰਮ ਹੀ ਇਹੋ ਜਿਹਾ ਪੈ ਗਿਆ, ਹੰਕਾਰ ਹੋ ਗਿਆ ਵੀ ਸਾਡੇ ਵਰਗਾ ਦੁਨੀਆ ਤੇ ਕੋਈ ਨਹੀਂ ਆਇਆ ਹੈ, ਮੈਂ ਹੀ ਹਾਂ ਜੋ ਹਾਂ, ਮੇਰੇ ਤੋਂ ਪਹਿਲਾਂ ਵੀ ਕੋਈ ਕੁਝ ਨਹੀਂ ਕਰ ਸਕਿਆ ਤੇ ਮੇਰੇ ਤੋਂ ਬਾਅਦ ਵੀ ਕਿਸੇ ਨੇ ਕੁਝ ਨਹੀਂ ਕਰ ਸਕਣਾ ਹੈ। ਇਸ ਤੇ ਭਰਮ ਦੇ ਵਿੱਚ ਹੰਕਾਰੀ ਲੋਕ ਪਰਮੇਸ਼ਰ ਦੇ ਨਾਮ ਨੂੰ ਭੁੱਲੇ ਹੋਏ ਹਨ। ਇੱਕ ਨਾ ਗੁਰਮੁਖ ਹਉਮੈ ਮਾਰੀ। ਇੱਕ ਉਹ ਗੁਰਮੁਖ ਨੇ ਜਿਨ੍ਹਾਂ ਨੇ ਨਾਮ ਜਪ ਜਪ ਕੇ ਹਉਮੈ ਖਤਮ ਕਰ ਲਈ ਹੈ। ਇੱਕ ਉਹ ਨੇ ਜਿਹੜੇ ਕਹਿੰਦੇ ਵੀ ਸਾਡੇ ਵਰਗਾ ਕੋਈ ਨਹੀਂ, ਹੰਕਾਰ ਆ ਗਿਆ ਕੰਮ ਕਰਕੇ। ਦੂਜੇ ਉਹ ਨੇ ਜਿਹੜੇ ਨਾਮ ਜਪ ਕੇ ਆਖਦੇ ਕਹਿੰਦੇ ਵੀ ਸਭ ਤੋਂ ਮਾੜਾ ਹੀ ਮੈਂ ਹਾਂ, ਉਹਨਾਂ ਨੇ ਹਉਮੈ ਮਾਰ ਲਈ ਹੈ। ਸੱਚੇ ਸ਼ਬਦ ਰਤੇ ਬੈਰਾਗੀ। ਬੈਰਾਗਵਾਨ ਹੋ ਕੇ ਗੁਰਮੁਖ ਸੱਚੇ ਸ਼ਬਦ ਦੇ ਵਿੱਚ ਰਤੇ ਗਏ, ਰੰਗੇ ਗਏ ਹਨ। ਹੋਰ ਭਰਮ ਭੁੱਲੇ ਗਵਾਰੀ ਜੀਓ। ਹੋਰ ਜਿਹੜੀ ਸਾਰੀ ਦੁਨੀਆ ਹੈ ਉਹ ਭਰਮ ਦੇ ਵਿੱਚ ਭੁੱਲੀ, ਗਵਾਰੀ ਕਹੀਏ ਮੂਰਖ ਲੋਕ, ਹੋਰ ਭਰਮ ਦੇ ਵਿੱਚ ਭੁੱਲੇ ਹੋਏ। ਕਿਸੇ ਨੂੰ ਕੋਈ ਭਰਮ ਪੈ ਗਿਆ, ਕਿਸੇ ਨੂੰ ਕੋਈ ਭਰਮ ਪੈ ਗਿਆ। ਸਾਡੇ ਮਨ ਵਿੱਚ ਤੇ ਭਰਮ ਪਿਆ ਹੀ ਹੋਇਆ ਨਾ ਵੀ ਮੇਰੇ ਬਿਨਾਂ ਘਰ ਨਹੀਂ ਚੱਲ ਸਕਦਾ, ਮੇਰੇ ਬਿਨਾਂ ਪਰਿਵਾਰ ਨਹੀਂ ਚੱਲ ਸਕਦਾ। ਆਪਾਂ ਇੱਕ ਸਾਖੀ ਸਰਵਣ ਕਰਿਆ ਕਰਦੇ ਨੇ, ਸਿੱਖ ਆਖਦਾ ਮੇਰੇ ਬਿਨਾਂ ਪਰਿਵਾਰ ਨਹੀਂ ਚੱਲਦਾ, ਤੇ ਕਿਸੇ ਪਿੰਡ ਵਿੱਚ ਹੀ ਮਹਾਰਾਜ ਨੇ ਉਸ ਨੂੰ ਰੋਕ ਦਿੱਤਾ 6 ਮਹੀਨੇ ਸਾਲ ਵਾਸਤੇ। ਜਦੋਂ ਸਾਲ ਬਾਅਦ ਘਰ ਨੂੰ ਜਾਂਦਾ ਤੇ ਮਨ ਵਿੱਚ ਸੋਚਦਾ ਵੀ ਪਰਿਵਾਰ ਤੇ ਸਾਰਾ ਖਤਮ ਹੋ ਗਿਆ ਹੋਵੇਗਾ, ਪਰ ਜਦੋਂ ਘਰ ਜਾ ਕੇ ਵੇਖਿਆ ਉਹ ਪਹਿਲਾਂ ਨਾਲੋਂ ਜ਼ਿਆਦੀਆਂ ਲਹਿਰਾਂ ਬਹਿਰਾਂ ਸਗੋਂ ਹੋ ਗਈਆਂ। ਉਹਦੇ ਮਨ ਦਾ ਭਰਮ ਨਿਕਲ ਗਿਆ। ਮਹਾਰਾਜ ਕਹਿਣ ਲੱਗੇ ਦੁਨੀਆ ਦੇ ਲੋਕ ਗਾਵਾਰੀ ਮੂਰਖ ਨੇ ਜੋ ਭਰਮ ਦੇ ਵਿੱਚ ਪੈ ਕੇ ਭੁੱਲੇ ਹੋਏ ਹਨ। ਗੁਰਮੁਖ ਜਿਨੀ ਨਾਮ ਨ ਪਾਇਆ। ਗੁਰਮੁਖ ਜਿਨੀ ਨਾਮ ਨਾ ਪਾਇਆ, ਜਿਨ੍ਹਾਂ ਨੇ ਮੁਖੀ ਗੁਰਾਂ ਦੇ ਕੋਲੋਂ, ਪੂਰੇ ਗੁਰੂ ਦੇ ਕੋਲੋਂ ਜਿਸ ਨੇ ਨਾਮ ਲੈ ਕੇ ਉਹਦੀ ਕਮਾਈ ਨਹੀਂ ਕੀਤੀ, ਪ੍ਰਾਪਤੀ ਨਹੀਂ ਕੀਤੀ ਹੈ। ਮਨਮੁਖ ਬਿਰਥਾ ਜਨਮ ਗਵਾਇਆ। ਇਹ ਜਿਹੜੇ ਮਨਮੁਖ ਲੋਕ ਨੇ ਇਹਨਾਂ ਨੇ ਤੇ ਜਨਮ ਵਿਅਰਥ ਹੀ ਗਵਾ ਲਿਆ ਹੈ। ਵਿਅਰਥ ਤੋਂ ਭਾਵ ਵੀ ਕਿਸੇ ਕੰਮ ਨਹੀਂ, ਸਫਲਾ ਨਹੀਂ ਕੀਤਾ ਆਪਣਾ ਜਨਮ। ਹੁਣ ਜਨਮ ਮਿਲਿਆ, ਸਰੀਰ ਮਿਲਿਆ, ਸਰੀਰ ਲੈ ਤੇ ਲਿਆ ਹੈ ਪਰ ਸਫਲਾ ਨਹੀਂ ਕੀਤਾ। ਮਹਾਰਾਜ ਨੇ ਕੰਮ ਕਰਨ ਤੋਂ ਨਹੀਂ ਰੋਕਿਆ ਹੈ, ਕੰਮ ਤੇ ਕਰ ਪਰਿਵਾਰ ਦੇ ਨਿਰਵਾਹ ਵਾਸਤੇ, ਪਰ ਗੁਰੂ ਦਾ ਹੁਕਮ ਵੀ ਨਾਲ। ਜਿਵੇਂ ਹੁਣ ਇਸ ਵਾਰੀ ਆਪਣੇ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਹੋ ਰਿਹਾ ਨਾ, ਆਪਾਂ ਕਥਾ ਸੁਣਦੇ ਹਾਂ, ਰੋਜ਼ ਕੀਰਤਨ ਸੁਣਦੇ, ਦਰਬਾਰ ਵਿੱਚ ਬੈਠਦੇ, ਪਰ ਫਿਰ ਵੀ ਅਸੀਂ ਆਪਣੇ ਆਪ ਨੂੰ ਇਹ ਤਸੱਲੀ ਦਿੱਤੀ ਹੋਈ ਹੈ ਵੀ ਮੈਂ ਪੂਰਾ ਹਾਂ, ਮੈਨੂੰ ਹੁਣ ਅੰਮ੍ਰਿਤ ਛਕਣ ਦੀ ਲੋੜ ਨਹੀਂ ਹੈ। ਅਸੀਂ ਆਪਣੇ ਆਪ ਨੂੰ ਤਸੱਲੀ ਦੇ ਕੇ ਬੈਠੇ ਹਾਂ ਤੇ ਦੂਜਿਆਂ ਨੂੰ ਵੀ ਤਸੱਲੀ ਦਿੰਦੇ। ਆਪਾਂ ਕਿਹੜਾ ਕੋਈ ਮਾੜਾ ਕੰਮ ਕਰਦੇ, ਆਪਾਂ ਨੂੰ ਲੋੜ ਨਹੀਂ ਹੈ। ਪਰ ਗੁਰਮੁਖੋ ਬਚਨ ਇਹ ਹੈ ਅੰਮ੍ਰਿਤ ਛਕਣਾ ਜ਼ਰੂਰੀ ਹੈ। ਜੇ ਖਾਲਸੇ ਦੇ ਮਾਤਾ ਸਾਹਿਬ ਕੌਰ ਤੇ ਸੁੰਦਰ ਕੌਰ ਅੰਮ੍ਰਿਤ ਛਕ ਸਕਦੇ, ਮਾਤਾ ਗੁਜਰੀ ਜੀ ਅੰਮ੍ਰਿਤ ਛਕ ਸਕਦੇ, ਚਾਰੇ ਲਾਲ ਮਹਾਰਾਜ ਦੇ ਅੰਮ੍ਰਿਤ ਛਕ ਸਕਦੇ,
ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅੰਮ੍ਰਿਤ ਛਕ ਸਕਦੇ, ਸਾਡਾ ਜੀਵਨ ਉਹਨਾਂ ਵਰਗਾ ਤੇ ਨਹੀਂ ਨਾ ਹੋ ਸਕਦਾ, ਉਹਨਾਂ ਵਰਗੀ ਤੇ ਅਵਸਥਾ ਸਾਡੀ ਨਹੀਂ ਹੈ ਨਾ, ਪਰ ਉਹਨਾਂ ਨੇ ਛਕਿਆ ਹੈ ਗੁਰੂ ਦਾ ਬਚਨ ਮੰਨਣ ਵਾਸਤੇ। ਜੇ ਅਸੀਂ ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਰੋਜ਼ ਦਰਬਾਰ ਵਿੱਚ ਆਉਂਦੇ ਹਾਂ, ਇਹਦਾ ਫਲ ਇਹ ਹੈ ਵੀ ਅਸੀਂ ਹੁਣ ਗੁਰੂ ਵਾਲੇ ਬਣ ਜਾਈਏ, ਨਗੁਰੇ ਪੁਣੇ ਦੀ ਝੂਠ ਲਾ ਦਈਏ। ਪਰ ਜੇ ਫਿਰ ਵੀ ਅਸੀਂ ਇਹ ਕਾਰਜ ਨਹੀਂ ਕਰ ਸਕੇ, ਫਿਰ ਮਾੜੀ ਕਿਸਮਤ ਹੈ। ਵੇਖੋ, ਅੰਮ੍ਰਿਤ ਛਕਾਉਣ ਵਾਲੇ ਸਾਡੇ ਕੋਲ ਆ ਰਹੇ ਨੇ, ਅਸੀਂ ਘਰ ਆਇਆਂ ਦੇ ਕੋਲੋਂ ਵੀ ਉਹ ਦਾਤ ਨਹੀਂ ਲੈ ਸਕਦੇ, ਗੁਰੂ ਵਾਲੇ ਨਹੀਂ ਬਣ ਸਕਦੇ। ਪਰ ਜੇ ਠੇਕਾ ਘਰ ਤੋਂ 5 ਕਿਲੋਮੀਟਰ ਵੀ ਦੂਰ ਹੋਵੇ ਤਾਂ ਉੱਥੇ ਚੱਲ ਕੇ ਚਲੇ ਜਾਈਦਾ, ਉੱਥੇ ਆਪ ਚਲੇ ਜਾਂਦਾ ਹੈ, ਕੋਈ ਰੁਕਾਵਟ ਨਹੀਂ ਹੈ। ਪਰ ਜੇ ਗੁਰੂ ਦੀ ਦਾਤ ਦੇਣ ਵਾਸਤੇ ਉਹ ਘਰੇ ਆ ਜਾਵੇ, ਫਿਰ ਬੜੀਆਂ ਹੀ ਰੁਕਾਵਟਾਂ ਨੇ, ਬੜੀਆਂ ਰੋਕਾਂ ਨੇ, ਮੰਨਦਾ ਹੀ ਨਹੀਂ ਮਨ, ਕਰਦਾ ਹੀ ਨਹੀਂ ਮਨ। ਮਹਾਰਾਜ ਕਹਿਣ ਲੱਗੇ ਬਚਨ ਇਹ ਆ ਗੁਰਮੁਖਾ ਕਿ ਮਨਮੁਖਾਂ ਨੇ ਜਨਮ ਤੇ ਆਪਣਾ ਵਿਅਰਥ ਗਵਾ ਲਿਆ ਹੈ, ਪਰ ਗੁਰੂ ਕਿਹਾ ਸਿੱਖਾ ਤੂੰ ਨਾ ਕਿਤੇ ਗਵਾ ਬੈਠੀ, ਐਵੇਂ ਮਨ ਨੂੰ ਝੂਠੀਆਂ ਤਸੱਲੀਆਂ ਨਾ ਦੇਈ ਜਾਇਆ ਕਰ ਵੀ ਮੈਂ ਬੜਾ ਸੱਚਾ ਸੁੱਚਾ ਹਾਂ, ਮੇਰੀ ਬੜੀ ਕਮਾਈ ਹੈ, ਮੇਰਾ ਬੜਾ ਨਿਤਨੇਮ ਹੈ, ਮੇਰੇ ਕੋਲ ਬੜਾ ਸਿਮਰਨ ਹੈ, ਮੈਂ ਤੇ ਸਾਰਾ ਦਿਨ ਹੀ ਗੁਰਦੁਆਰੇ ਬੈਠਾ ਰਹਿੰਦਾ, ਸੰਗਤ ਕਰਦਾ। ਇਹ ਮਨ ਨੂੰ ਐਵੇਂ ਝੂਠੀਆਂ ਤਸੱਲੀਆਂ ਦੇਣੀਆਂ। ਲਾਭ ਉਹਨਾਂ ਉਦੋਂ ਹੋਵੇਗਾ ਜਦੋਂ ਗੁਰੂ ਵਾਲਾ ਬਣੇਗਾ, ਜਦੋਂ ਦਾਤ ਲਵੇਗਾ। ਇਸ ਕਰਕੇ ਬਚਨ ਦੀ ਕਮਾਈ ਸਿੱਖ ਨੇ ਕਰਨੀ ਹੈ। ਅੱਗੇ ਵੇ ਨਾਵੇਂ ਕੋ ਬੇਲੀ ਨਹੀਂ, ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾ ਅੱਗੇ ਤੇਰਾ ਕੋਈ ਬੇਲੀ ਨਹੀਂ, ਮਿੱਤਰ ਕੋਈ ਨਹੀਂ। ਭਾਵੇਂ ਕਿ ਅੱਜ ਤੇਰੇ ਕੋਲ ਚਾਚੇ ਤਾਏ ਮਾਮੇ ਨਾਨੇ ਚਾਚੀਆਂ ਤਾਈਆਂ ਭੈਣਾਂ ਭਰਾ ਬੜੇ ਰਿਸ਼ਤੇਦਾਰ ਨੇ, ਪਰ ਜਦੋਂ ਜਾਨ ਨਿਕਲਣੀ ਹੈ ਨਾ ਸਰੀਰ ਵਿੱਚੋਂ, ਉਦੋਂ ਨਾਲ ਨਹੀਂ ਉਹ ਕਿਸੇ ਨੇ ਜਾਣਾ। ਚਿਖਾ ਨੂੰ ਅੱਗ ਲੱਗਦੀ ਹੈ ਨਾ, ਮਾੜਾ ਜਿਹਾ ਸੇਕ ਜਦੋਂ ਲਾਟਾਂ ਨਿਕਲਦੀਆਂ, ਸਾਰੇ ਭੱਜ ਕੇ ਪੱਖੇ ਥੱਲੇ ਚਲੇ ਜਾਂਦੇ, ਕੋਈ ਨਹੀਂ ਲਾਗੇ ਖੜਿਆ ਉੱਥੇ। ਜਿਹੜੇ ਮੰਜੇ ਦੇ ਕੋਲ ਬਾਈ ਫੜ ਰੋਂਦੇ ਪਏ ਸਨ ਵੀ ਸਾਡਾ ਕੋਈ ਨਹੀਂ ਰਹਿ ਗਿਆ ਤੇਰੇ ਬਿਨਾਂ, ਉਹ ਫਿਰ ਭੱਜਦੇ ਪਿਛਾਂ ਨੂੰ ਚੁੱਕ ਕੇ ਉਹਨਾਂ ਨੂੰ ਵਿੱਚ ਬਿਠਾਓ ਵੀ ਚੱਲ ਫਿਰ ਤੂੰ ਵੀ ਨਾਲ ਹੀ ਚੱਲ ਜੇ ਕੋਈ ਨਹੀਂ ਰਹਿ ਗਿਆ। ਮਹਾਰਾਜ ਕਹਿਣ ਲੱਗੇ ਨਾਮ ਤੋਂ ਬਿਨਾਂ ਕੋਈ ਬੇਲੀ ਕੋਈ ਨਹੀਂ ਜੇਗਾ, ਤੇ ਨਾਮ ਮਿਲਦਾ ਹੈ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਅੰਮ੍ਰਿਤ ਛਕ ਕੇ। ਜਦੋਂ ਪੰਜ ਪਿਆਰੇ ਜਪਾਉਂਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਵਿੱਚ ਖੜ ਕੇ, ਉਦੋਂ ਮਿਲਣੀ ਇਹ ਦਾਤ, ਉਹਨਾਂ ਚਿਰ ਨਹੀਂ ਮਿਲਣੀ ਹੈ। ਮਹਾਰਾਜ ਕਹਿਣ ਲੱਗੇ ਅੱਗੇ ਬਿਨ ਨਾਵੈ ਕੋ ਬੇਲੀ ਨਾਹੀ, ਨਾਮ ਤੋਂ ਬਿਨਾਂ ਅੱਗੇ ਕੋਈ ਤੇਰਾ ਮਿੱਤਰ ਤੇਰੀ ਸਹਾਇਤਾ ਵਾਸਤੇ ਨਹੀਂ ਹੈ। ਬੂਝੈ ਗੁਰ ਵਿਚਾਰੀ ਜੀਓ, ਪਰ ਗੁਰਮੁਖੋ ਇਹ ਗੱਲ ਸਾਰਿਆਂ ਨੂੰ ਸਮਝ ਨਹੀਂ ਆਈ ਹੈ। ਬਹੁਤੇ ਬੈਠੇ ਅਜੇ ਵੀ ਮਨ ਵਿੱਚ ਸੋਚਣਗੇ ਵੀ ਨਹੀਂ ਇਹ ਤੇ ਐਵੇਂ ਗੱਲਾਂ ਹੀ ਨੇ, ਪਰ ਇਸ ਗੱਲ ਨੂੰ ਉਹ ਬੁੱਝੇਗਾ, ਉਹ ਵਿਚਾਰੇਗਾ ਜਿਹਦੇ ਉੱਪਰ ਗੁਰੂ ਦੀ ਕਿਰਪਾ ਹੋਵੇਗੀ, ਜਿਹਨੂੰ ਪਤਾ ਲੱਗੇਗਾ ਵੀ ਨਹੀਂ ਇਹ ਬਚਨ ਸੱਚਾ ਹੈ, ਇਹ ਬਚਨ ਮੇਰੇ ਗੁਰੂ ਦਾ ਹੈ। ਜਿਹੜੇ ਗੁਰੂ ਦੇ ਵਿਚਾਰਵਾਨ ਹੋਣਗੇ ਉਹਨਾਂ ਨੂੰ ਇਹ ਬਚਨ ਦੀ ਸਮਝ ਆਉਣੀ ਹੈ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰੂ ਦਾ ਜਿਹੜਾ ਅੰਮ੍ਰਿਤ ਨਾਮ ਹੈ ਸਦਾ ਹੀ ਸੁਖ ਦਿੰਦਾ ਹੈ। ਕਦੇ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਨਾਮ ਜਪਿਆ ਤੇ ਮੈਨੂੰ ਦੁੱਖ ਮਿਲਿਆ। ਦੁਨੀਆ ਦਾ ਕੋਈ ਮੰਤਰ ਪੜ੍ਹੇਗਾ, ਕਾਲਾ ਇਲਮ ਪੜ੍ਹਦੇ ਨਾ ਲੋਕ, ਕਾਲਾ ਇਲਮ ਸਿੱਧ ਕਰਦੇ, ਕੋਈ ਸਿਵਿਆਂ ਵਿੱਚ ਬੈਠਾ, ਕੋਈ ਪਾਣੀ ਦੇ ਖੂਹ ਵਿੱਚ ਜਾ ਕੇ ਬੈਠਾ, ਉਹ ਕਹਿੰਦੇ ਮੰਤਰ ਪੁੱਠਾ ਪੈ ਜਾਂਦਾ ਕਈ ਵਾਰ। ਪਰ ਨਾਮ ਜਪਣ ਵਾਲਾ ਇਹ ਨਹੀਂ ਕਹਿ ਸਕਦਾ ਵੀ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਮੈਨੂੰ ਪੁੱਠਾ ਪੈ ਗਿਆ, ਮੈਂ ਸੁਖਨੀ ਸਾਹਿਬ ਦਾ ਪਾਠ ਕੀਤਾ ਤੇ ਮੇਰਾ ਇਹ ਪੁੱਠਾ ਪੈ ਗਿਆ। ਨਹੀਂ, ਨਾਮ ਦਾ ਕੰਮ ਹੀ ਸੁਖ ਦੇਣਾ ਹੈ। ਮਹਾਰਾਜ ਕਹਿਣ ਲੱਗੇ ਤੇਰਾ ਨਾਮ ਤੇ ਸਦਾ ਹੀ, ਹਰ ਕੋ ਨਾਮ ਸਦਾ, ਮਿਲ ਕੇ ਆਖੀਏ ਹਰ ਕੋ ਨਾਮ ਸਦਾ। ਪਰਮੇਸ਼ਰ ਦਾ ਨਾਮ ਸਦਾ ਹੀ ਸੁਖ ਦਿੰਦਾ ਹੈ। ਨਾਵੇਂ ਪਾਤਸ਼ਾਹ ਨੇ ਵੀ ਆਖਿਆ, ਸਤਿਗੁਰੂ ਕਹਿਣ ਲੱਗੇ ਸਦਾ ਉਹਦੇ ਨਾਮ ਵਿੱਚੋਂ ਸੁਖ ਮਿਲਦਾ ਹੈ। ਗੁਰ ਪੂਰੇ ਜੁਗ ਚਾਰੇ ਜਾਤਾ, ਸੋ ਪੂਰਿਆਂ ਗੁਰਾਂ ਨੇ ਚਾਰਿਆਂ ਯੁੱਗਾਂ ਦੇ ਵਿੱਚ ਇਹ ਨਾਮ ਵੰਡਿਆ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੇ ਗੁਰਮੁਖਾਂ ਨੇ ਪੂਰਿਆਂ ਗੁਰਾਂ ਦੇ ਕੋਲੋਂ ਨਾਮ ਲੈ ਕੇ ਇਹ ਬਚਨ ਜਾਣ ਲਿਆ ਹੈ ਵੀ ਵਾਕਿਆ ਹੀ ਨਾਮ ਦੀ ਕਮਾਈ ਚੰਗੀ ਹੈ। ਜਿਸ ਤੂੰ ਦੇਵ ਹੈ ਸੋਈ ਪਾਏ, ਜਿਸ ਨੂੰ ਤੁਸੀਂ ਦਿੰਦੇ ਹੋ ਨਾ ਇਹ ਨਾਮ, ਮਹਾਰਾਜ ਜੀ ਦੀ ਝੋਲੀ ਵਿੱਚ ਦਿੰਦੇ ਹੋ ਤਾਂ ਪ੍ਰਾਪਤ ਹੁੰਦਾ, ਖੋਹ ਨਹੀਂ ਸਕਦਾ ਹੈ। ਭਰਾ ਤੋਂ ਜਾਇਦਾਦ ਖੋਹ ਸਕਦਾ ਹੈ, ਮਾਇਆ ਖੋਹ ਸਕਦਾ ਹੈ, ਹੱਕ ਖੋਹ ਸਕਦਾ ਹੈ, ਕਬਜ਼ਾ ਕਰ ਲੈਂਦੇ ਨਾ ਭਰਾ ਵੀ ਭਰਾਵਾਂ ਦੇ, ਧਨ ਦੌਲਤ ਦੇ। ਪ੍ਰਿਥੀ ਚੰਦ ਨੇ ਕੀਤਾ ਹੀ ਹੈ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਾਰੇ ਕੰਮਕਾਰ ਤੇ ਕਬਜ਼ਾ ਕਰਕੇ ਬੈਠ ਗਏ। ਗੁਰੂ ਇਤਿਹਾਸ ਵਿੱਚੋਂ ਇਹ ਬਚਨ ਹੈ ਨਾ,
ਇਸੇ ਤਰ੍ਹਾਂ ਧੀਰਮਲ ਨੇ ਵੀ ਤੇ ਕਬਜ਼ਾ ਕੀਤਾ ਹੀ ਹੈ ਨਾ। ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਰਫਲਾਂ ਵਾਲੇ ਬੰਦੇ ਬੰਦੂਕਾਂ ਵਾਲੇ ਲਿਆ ਕੇ ਬਿਠਾ ਤੇ, ਮੈਂ ਗੁਰੂ ਆ, ਮੇਰਾ ਹੀ ਹੈ ਸਾਰਾ ਕੁਝ। ਮਹਾਰਾਜ ਕਹਿਣ ਲੱਗੇ ਭਾਈ ਦੁਨੀਆਦਾਰੀ ਵਿੱਚ ਸਭ ਕੁਝ ਵੰਡਿਆ ਜਾ ਸਕਦਾ ਹੈ, ਖੋਇਆ ਵੀ ਜਾ ਸਕਦਾ ਹੈ, ਪਰ ਨਾਮ ਨਹੀਂ ਜੇ ਖੋਇਆ ਜਾਂਦਾ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਕਿਸੇ ਦੀ ਕੰਨ ਪੱਟੀ ਤੇ ਪਿਸਤੌਲ ਰੱਖ ਕੇ ਤੇ ਨਾਮ ਖੋਹ ਕੇ ਲੈ ਆਂਦਾ ਜੇ। ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਸੁਖਮਨੀ ਸਾਹਿਬ ਪੜ੍ਹਦੇ ਹੋ, ਵਾਹਿਗੁਰੂ ਮੰਤਰ ਜਪਦੇ ਹੋ, ਇਹ ਦਾਤ ਤੁਹਾਡੇ ਕੋਲੋਂ ਖੋਹ ਕੇ ਲਿਜਾ ਕੋਈ ਨਹੀਂ ਸਕਦਾ ਹੈ। ਭਰਾਵਾਂ ਦੀ ਵੰਡੀ ਜਾਇਦਾਦ ਵਿੱਚ ਪੈ ਜਾਏਗੀ, ਨਾਮ ਦੇ ਵਿੱਚ ਵੰਡੀ ਨਹੀਂ ਪੈਂਦੀ ਹੈ। ਮਹਾਰਾਜ ਕਹਿਣ ਲੱਗੇ ਜਿਸ ਤੂੰ ਦੇ ਸੋਈ ਪਾਏ, ਜਿਹਨੂੰ ਦਿੰਦੇ ਉਹੀ ਪ੍ਰਾਪਤ ਕਰਦਾ ਹੈ। ਨਾਨਕ ਤਤ ਵਿਚਾਰੀ ਜੀਓ। ਉਹਨਾਂ ਗੁਰਮੁਖਾਂ ਨੇ ਤਤ ਦੀ ਵਿਚਾਰ ਪ੍ਰਾਪਤ ਕਰ ਲਈ ਹੈ। ਉਹ ਵਿਚਾਰਵਾਨ ਹੋ ਕੇ ਤਤ ਸਰੂਪ ਦੀ ਪ੍ਰਾਪਤੀ ਕਰਦੇ ਜਿਨ੍ਹਾਂ ਨੂੰ ਇਹ ਦਾਤਾਂ ਮਿਲੀਆਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਦਿਓ ਸੱਜਣ ਅਸੀਸੜੀਆਂ ਮੇਲੋ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰਪੁਰੈ ਜੁਗ ਚਾਰੇ ਜਾਤਾ, ਜਿਸ ਤੂੰ ਦੇਵੈ ਸੋਈ ਪਾਏ, ਨਾਨਕ ਤਤ ਵਿਚਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਦੀ ਹਰ ਵੀਰਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਪਣੇ ਗੁਰਦੁਆਰਾ ਸਾਹਿਬ ਵਿਖੇ ਹੁੰਦੇ ਨੇ ਸੰਗਤੀ ਰੂਪ ਦੇ ਵਿੱਚ। ਅੱਜ 3:30 ਵਜੇ ਉਹ ਪਾਠ ਹੋਣਗੇ। ਆਪ ਸੰਗਤਾਂ ਜਿਨ੍ਹਾਂ ਨੇ ਹਾਜ਼ਰੀ ਭਰਨੀ ਹੈ, ਹਾਜ਼ਰੀ ਭਰ ਕੇ ਲਾਹੇ ਲਓ। ਜੋ ਕੰਬਲਾਂ ਦੀ ਬੇਨਤੀ ਆਪ ਸੰਗਤਾਂ ਨੂੰ ਕੀਤੀ ਜਾ ਰਹੀ ਹੈ, 15 ਤਰੀਕ ਨੂੰ ਇਹ ਕੰਬਲ ਜਿਹੜੇ ਹਨ ਆਪਣੇ ਗੁਰਦੁਆਰਾ ਸਾਹਿਬ ਤੋਂ ਭੇਜ ਦਿੱਤੇ ਜਾਣਗੇ। ਉਸ ਤੋਂ ਪਹਿਲਾਂ ਜਿਹੜੀ ਸੰਗਤ ਨੇ ਸੇਵਾ ਕਰਨੀ ਹੈ ਉਹ ਭਾਈ ਸੇਵਾ ਕਰਕੇ ਲਾਹੇ ਲੈ ਸਕਦੇ ਹੋ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।